जेकर सूतक मन्नीए सब तै सूतक होए, गोहे अतै लकड़ी अंदर कीड़ा होए। ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਵੀ ਕਈ ਤਰੀਕਿਆਂ ਦੇ ਵਹਿਮ ਭਰਮ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਬੈਠੇ ਹੋਏ ਨੇ ਔਰ ਬਹੁਤੀ ਵਾਰ ਉਹਨਾਂ ਵਹਿਮਾਂ ਦੇ ਵਿੱਚੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਹੈ। ਪਰ ਸਾਡੀ ਇੱਦਾਂ ਕਹਿ ਸਕਦੇ ਹਾਂ ਕਿ ਸਾਡੇ ਉੱਤੇ ਸਮਾਜ ਦਾ, ਲੋਕਾਂ ਦਾ ਪ੍ਰਭਾਵ ਹੀ ਇੰਨਾ ਹੁੰਦਾ ਹੈ ਵੀ ਅਸੀਂ ਉਸ ਚੀਜ਼ ਨੂੰ ਮੰਨ ਵੀ ਲੈਂਦੇ ਹਾਂ ਕਿ ਇਹ ਚੀਜ਼ ਗਲਤ ਹੈ, ਪਰ ਫਿਰ ਵੀ ਛੱਡ ਨਹੀਂ ਪਾਉਂਦੇ। ਕਈ ਤਰੀਕਿਆਂ ਦੇ ਵਹਿਮ ਨੇ ਜਿਹੜੇ ਲੋਕਾਂ ਨੂੰ ਪਏ ਹੋਏ ਨੇ। ਵਹਿਮ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਭਾਈ ਇਹ ਸਿਰਫ ਸਾਡੇ ਮਨ ਦੇ ਖਿਆਲ ਨੇ, ਇਹਨਾਂ ਦੇ ਨਾਲ ਹੁੰਦਾ ਕੁਝ ਵੀ ਨਹੀਂ ਹੈ। ਮਨ ਜਿਹੜੀ ਵੀ ਚੀਜ਼ ਨੂੰ ਮੰਨਣ ਲੱਗ ਪਿਆ ਹੈ ਤੇ ਬਸ ਫਿਰ ਉਹ ਭਾਵੇਂ ਕਿੱਡਾ ਵੀ ਵੱਡਾ ਵਹਿਮ ਹੋਵੇ, ਮਨ ਮੰਨਦਾ ਹੈ ਕਿ ਮੈਂ ਠੀਕ ਹਾਂ। ਇਸ ਕਰਕੇ ਬਹੁਤੀ ਦੁਨੀਆ ਕਈ ਤਰੀਕਿਆਂ ਦੇ ਵਹਿਮ ਇਸੇ ਚੱਕਰ ਦੇ ਵਿੱਚ ਕਰੀ ਜਾਂਦੀ ਹੈ। ਔਰ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਤੁਸੀਂ ਵੇਖੋ, ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਦਾ ਉਪਦੇਸ਼ ਵੇਖਦੇ ਹਾਂ ਤੇ ਮਹਾਰਾਜ ਕਹਿੰਦੇ ਨੇ ਕਿ ਸਾਰੇ ਹੀ ਦਿਨ ਬਰਾਬਰ ਨੇ। ਪਰ ਜਿਨ੍ਹਾਂ ਨੂੰ ਵਹਿਮ ਲੱਗਾ ਹੈ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਨਹੀਂ, ਸ਼ਾਇਦ ਵੀਰਵਾਰ, ਮੰਗਲਵਾਰ, ਬੁੱਧਵਾਰ ਇਹ ਇੱਕ ਦੂਸਰੇ ਨਾਲੋਂ ਵੱਖਰੇ ਵੱਖਰੇ ਦਿਨ ਨੇ। ਕਈਆਂ ਨੂੰ ਇੰਜ ਲੱਗਦਾ ਵੀ ਆਹ ਜਿਹੜਾ ਦਿਨ ਹੈ ਨਾ ਇਹ ਜ਼ਿਆਦਾ ਖਾਸ ਹੈ ਤੇ ਇਸ ਦਿਨ ਕੋਈ ਆਪਾਂ ਕੰਮ ਕਰਾਂਗੇ ਤੇ ਉਹਦਾ ਮਹੱਤਵ ਸਾਨੂੰ ਜ਼ਿਆਦਾ ਮਿਲਦਾ ਹੈ ਧਾਰਮਿਕ ਜ਼ਿੰਦਗੀ ਦੇ ਵਿੱਚ। ਜਿੱਦਾਂ ਅਸੀਂ ਆ ਮਾਘ ਮਹੀਨਾ ਹੀ ਇਹਦੀ ਆਰੰਭਤਾ ਦੇ ਉੱਤੇ ਇਸ਼ਨਾਨ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਨੇ ਕੀ ਕਿਹਾ ਵੀ ਭਾਈ ਇਕੱਲਾ ਇਸ਼ਨਾਨ ਕੀਤਿਆਂ ਕੁਝ ਨਹੀਂ ਹੋਣਾ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠੋ। ਪਰ ਬਹੁਤਿਆਂ ਨੂੰ ਇੰਜ ਲੱਗਦਾ ਹੈ ਵੀ ਭਾਈ ਅੱਜ ਇਹ ਕੰਮ ਕਰ ਲਿਆ ਤੇ ਬਾਅਦ ਦੇ ਵਿੱਚ ਸਾਡਾ ਜੋ ਵੀ ਰਿਵਾਜ ਪ੍ਰਚਲਿਤ ਆ ਰਿਹਾ ਹੈ ਅਸੀਂ ਆਪਣੇ ਆਪ ਨੂੰ ਸੁਰਖਰੂ ਕਰ ਲਿਆ ਵੀ ਅਸੀਂ ਫ੍ਰੀ ਹੋ ਗਏ ਹਾਂ ਇਸ ਕੰਮ ਦੇ ਵਿੱਚੋਂ। ਉਹਨਾਂ ਦੇ ਵਿੱਚੋਂ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਸੀ ਨਾ, ਬੜੀਆਂ ਵਧੀਆ ਬਣਾਈਆਂ ਹੁੰਦੀਆਂ ਸੀ ਲੋਕਾਂ ਨੇ, ਸਮਝਦਾਰ ਲੋਕਾਂ ਨੇ ਬਣਾਈਆਂ ਹੁੰਦੀਆਂ ਸੀ। ਪਰ ਕੁਝ ਇੱਦਾਂ ਦੀਆਂ ਬਣ ਗਈਆਂ ਨੇ ਜਿਨ੍ਹਾਂ ਦਾ ਫਾਇਦਾ ਕੁਝ ਨਹੀਂ ਹੈ, ਪਰ ਲੋਕੀ ਕਰਦੇ ਨੇ। ਉਹਨਾਂ ਦੇ ਵਿੱਚੋਂ ਇੱਕ ਜਿਹਦਾ ਜ਼ਿਕਰ ਅੱਜ ਅਸੀਂ ਪੜ੍ਹਨਾ ਹੈ, ਉਸ ਵਹਿਮ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਤੇ ਮਹਾਰਾਜ ਕਹਿੰਦੇ ਪਹਿਲਾਂ ਤੇ ਹੈ ਵਹਿਮ ਹੈ, ਇਹਨੂੰ ਮੰਨਣਾ ਨਹੀਂ ਚਾਹੀਦਾ। ਦੂਸਰੇ ਨੰਬਰ ਦੇ ਉੱਤੇ ਜੇ ਅਸੀਂ ਮੰਨਦੇ ਵੀ ਹਾਂ ਤੇ ਫਿਰ ਉਹ ਵਹਿਮ ਹੈ ਕਿਵੇਂ ਦਾ ਹੈ ਕਿ ਜੇ ਅਸੀਂ ਕਹਿੰਦੇ ਹਾਂ ਨਾ ਵੀ ਇਹ ਚੀਜ਼ ਹੁੰਦੀ ਹੈ ਤੇ ਫਿਰ ਉਹ ਕਿਸ ਰੂਪ ਦੇ ਵਿੱਚ ਹੁੰਦੀ ਹੈ। ਮਹਾਰਾਜ ਨੇ ਉਹਨੂੰ ਇਦਾਂ ਬੋਲਿਆ ਹੈ। ਤੁਸੀਂ ਘਰਾਂ ਦੇ ਵਿੱਚ ਵਿਚਰਦਿਆਂ ਹੋਇਆਂ ਇੱਕ ਸ਼ਬਦ ਬੜੀ ਵਾਰ ਸੁਣਿਆ ਹੋਵੇਗਾ, ਸੂਤਕ ਸ਼ਬਦ। ਇਹਦੇ ਨਾਲ ਹੀ ਮਿਲਦਾ ਇੱਕ ਹੋਰ ਸ਼ਬਦ ਹੈ ਪਾਤਕ। ਇੱਥੇ ਕੇਵਲ ਤੇ ਕੇਵਲ ਸੂਤਕ ਸ਼ਬਦ ਮਹਾਰਾਜ ਨੇ ਵਰਤਿਆ ਹੈ। ਸੂਤਕ ਦਾ ਮਤਲਬ ਹੁੰਦਾ ਹੈ ਜਿਹੜੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਹੋਵੇ ਤੇ ਉਸ ਘਰ ਦੇ ਵਿੱਚ ਮੰਨਿਆ ਜਾਂਦਾ ਹੈ, ਗੁਰਮਤਿ ਨਹੀਂ ਮੰਨਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਇਸ ਗੱਲ ਨੂੰ ਮੰਨਦੀ। ਅਸੀਂ ਸ਼ਲੋਕ ਦੇ ਵਿੱਚ ਵਿਚਾਰਾਂਗੇ। ਪਰ ਤੁਹਾਨੂੰ ਪਤਾ ਵੀ ਸਾਡੇ ਆਲੇ ਦੁਆਲੇ ਕਿੱਦਾਂ ਦੇ ਖਿਆਲਾਂ ਵਾਲੇ ਲੋਕ ਨੇ। ਉਹ ਕੀ ਕਹਿੰਦੇ ਨੇ ਕਿ ਜਿਹੜੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਹੈ ਨਾ, ਉਹ ਘਰ ਕੁਝ ਦਿਨਾਂ ਲਈ ਅਪਵਿੱਤਰ ਹੋ ਗਿਆ ਹੈ। ਉਹ ਸੂਤਕ ਵਾਲਾ ਘਰ ਹੈ। ਜਨਮ ਦੇ ਨਾਲ ਮੰਨੀ ਜਾਂਦੀ ਅਪਵਿੱਤਰਤਾ ਉਹਨੂੰ ਕਿਹਾ ਜਾਂਦਾ ਹੈ ਸੂਤਕ। ਔਰ ਫਿਰ ਭਾਈ ਕਾਨ੍ਹ ਸਿੰਘ ਨਾਭਾ ਹੁਣਾਂ ਨੂੰ ਪੜ੍ਹ ਕੇ ਵੇਖੀਏ ਤੇ ਉਹ ਇਸ ਗੱਲ ਨੂੰ ਕਹਿੰਦੇ ਨੇ ਕਿ ਹਰ ਇੱਕ ਦੇ ਘਰ ਦਾ ਹਿਸਾਬ ਕਿਤਾਬ ਵੀ ਵੱਖਰਾ ਵੱਖਰਾ ਹੈ। ਵੀ ਕਿਸੇ ਦੇ ਘਰ ਦੇ ਵਿੱਚ ਇਹ 10 ਦਿਨ ਰਹਿੰਦਾ ਹੈ, ਕਿਸੇ ਦੇ ਘਰ ਦੇ ਵਿੱਚ ਇਹ 13 ਦਿਨ ਰਹਿੰਦਾ ਹੈ, ਕਿਸੇ ਦੇ ਘਰ ਦੇ ਵਿੱਚ ਇਹ 17 ਦਿਨ ਰਹਿੰਦਾ ਹੈ ਤੇ ਕਿਸੇ ਦੇ ਘਰ ਦੇ ਵਿੱਚ ਇਹ 30 ਦਿਨ ਰਹਿੰਦਾ ਹੈ। ਜਿਹੜੇ ਸੂਤਕ ਨੂੰ ਮੰਨਦੇ ਨੇ ਉਹਨਾਂ ਨੂੰ ਤੁਸੀਂ ਪੁੱਛ ਕੇ ਵੇਖੋਗੇ। ਔਰ ਉਹਨਾਂ ਨੇ ਹਵਾਲਾ ਦਿੱਤਾ ਕਿ ਬ੍ਰਾਹਮਣ ਦੇ ਘਰ ਦੇ ਵਿੱਚ 10 ਦਿਨ, ਖੱਤਰੀ ਦੇ ਘਰ ਦੇ ਵਿੱਚ 13 ਦਿਨ, 17 ਦਿਨ ਵੈਸ਼ ਦੇ ਘਰ ਦੇ ਵਿੱਚ ਤੇ ਸ਼ੂਦਰ ਦੇ ਘਰ ਦੇ ਵਿੱਚ ਇਹ 30 ਦਿਨ ਰਹਿੰਦਾ ਹੈ। ਜਨਮ ਦੇ ਨਾਲ ਅਪਵਿੱਤਰਤਾ ਜਿਹੜੀ ਮੰਨੀ ਜਾਂਦੀ ਹੈ, ਵੀ ਜਨਮ ਦੇ ਨਾਲ ਅਪਵਿੱਤਰਤਾ। ਔਰ ਜਿਹੜੇ ਬਹੁਤੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਨੇ ਨਾ ਲੋਕ, ਜਾਂ ਵਹਿਮੀ ਲੋਕ ਹੁੰਦੇ ਨੇ, ਉਹ ਕੀ ਕਰਦੇ ਨੇ, ਇਹਨਾਂ ਦਿਨਾਂ ਦੇ ਵਿੱਚ
ਸੂਤਕ ਵਾਲੇ ਘਰ ਦੇ ਵਿੱਚ ਜਾ ਕੇ ਤੇ ਪ੍ਰਸ਼ਾਦਾ ਨਹੀਂ ਛਕਦੇ, ਕਿਸੇ ਦੇ ਘਰ ਦੇ ਵਿੱਚ ਰੋਟੀ ਪਾਣੀ ਨਹੀਂ ਖਾਂਦੇ, ਤੁਸੀਂ ਕਿਤੇ ਵੇਖਿਆ ਹੋਵੇਗਾ। ਔਰ ਇਦਾਂ ਦੇ ਵੀ ਲੋਕ ਅਸੀਂ ਵੇਖਦੇ ਹਾਂ ਜਿਹੜੇ ਇੰਨੇ ਜ਼ਿਆਦਾ, ਉਹ ਨਾ ਤੇ ਇਦਾਂ ਕਹਿ ਸਕਦੇ ਹਾਂ ਵੀ ਪੰਡਿਤ ਨੇ, ਨਾ ਕਹਿ ਸਕਦੇ ਹਾਂ ਕਿ ਇਹ ਆਮ ਜਿਹੜੇ ਧਾਰਮਿਕ ਲੋਕ ਨੇ, ਉਹ ਆਮ ਜਿਹੇ ਲੋਕ ਨੇ, ਆਮ ਘਰਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਵੜ ਗਈ ਹੈ ਵੀ ਜੇ ਅਸੀਂ ਸੂਤਕ ਵਾਲੇ ਘਰ ਦੇ ਵਿੱਚੋਂ ਰੋਟੀ ਖਾ ਲਈ ਤੇ ਸਾਡਾ ਜਿਹੜਾ ਹੈ ਨਾ, ਉਹ ਜਾਂ ਤੇ ਸਾਡਾ ਫਾਇਦਾ ਨਹੀਂ ਹੋਵੇਗਾ, ਸਾਡਾ ਭਲਾ ਨਹੀਂ ਹੋਵੇਗਾ। ਮਨ ਦੇ ਵਿੱਚ ਕਈ ਤਰੀਕਿਆਂ ਦੇ ਵਹਿਮ ਨੇ, ਉਹਨਾਂ ਨੂੰ ਲੱਗਦਾ ਵੀ ਅਸੀਂ ਇਹਦੇ ਨੂੰ ਰੋਟੀ ਖਾ ਲਈ ਤੇ ਅਸੀਂ ਬਿਮਾਰ ਹੋ ਜਾਣਾ ਹੈ। ਇਦਾਂ ਹੀ ਸੇਮ ਚੀਜ਼ ਪਾਤਕ ਦੇ ਨਾਲ ਹੈ। ਪਾਤਕ ਜਿਹੜਾ ਹੁੰਦਾ ਹੈ, ਜਿਹੜਾ ਜਨਮ ਤੋਂ ਜ਼ਿੰਦਗੀ ਮਿਲਦੀ, ਜਨਮ ਦੇ ਨਾਲ ਜਿਹੜੀ ਅਪਵਿੱਤਰਤਾ ਮੰਨੀ ਜਾਂਦੀ, ਉਹਨੂੰ ਕਿਹਾ ਜਾਂਦਾ ਹੈ ਸੂਤਕ। ਜਿਹੜੀ ਮੌਤ ਦੇ ਵੇਲੇ ਵੀ ਜਿਸ ਘਰ ਦੇ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਹੈ, ਉਸ ਘਰ ਨੂੰ ਵੀ ਪਵਿੱਤਰ ਨਹੀਂ ਮੰਨਿਆ ਜਾਂਦਾ। ਇਹ ਸਾਡੇ ਆਲੇ ਦੁਆਲੇ ਜਿਨ੍ਹਾਂ ਘਰਾਂ ਦੇ ਵਿੱਚ ਹੋ ਰਿਹਾ ਹੋਵੇਗਾ, ਬੜੇ ਵੱਡੇ ਲੈਵਲ ਦੇ ਉੱਤੇ ਹੁੰਦਾ, ਕਿਉਂਕਿ ਅਸੀਂ ਤੇ ਚਲੋ ਉਹਨਾਂ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਹਾਂ ਵੀ ਸਾਡੇ ਘਰ ਦੇ ਵਿੱਚ ਰੱਬ ਨਾ ਕਰੇ ਖੁਸ਼ੀ ਵੀ ਆਈ ਤੇ ਵੇਖੋ ਅਸੀਂ ਕਿਸੇ ਨੂੰ ਰੋਕਦੇ ਹੀ ਨਹੀਂ, ਗਮੀ ਜੇ ਕਿਤੇ ਵਾਪਰ ਜਾਂਦੀ ਹੈ ਤੇ ਮਾਲਕ ਕਿਰਪਾ ਕਰੇ ਸਾਡੇ ਘਰ ਦੇ ਵਿੱਚ ਉਸੇ ਵੇਲੇ ਪ੍ਰਸ਼ਾਦਾ ਤਿਆਰ ਹੋਣਾ ਸ਼ੁਰੂ ਹੋ ਜਾਂਦਾ, ਸਾਰੇ ਜਣੇ ਅਸੀਂ ਕਹਿੰਦੇ ਆ ਵੀ ਤੁਸੀਂ ਛਕ ਕੇ ਜਾਓ। ਸਗੋਂ ਇਹ ਕਿਉਂ ਕਿਹਾ ਜਾਂਦਾ ਇੰਨੀ ਵਾਰ? ਉਹਦਾ ਕਾਰਨ ਹੈ ਵੀ ਕਈਆਂ ਨੂੰ ਇਸ ਤਰੀਕੇ ਦੇ ਨਾਲ ਲੱਗਦਾ ਹੈ ਵੀ ਭਾਈ ਮਰਨ ਤੋਂ ਬਾਅਦ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਤੇ ਘਰ ਜਿਹੜਾ ਹੈ ਉਹ ਕੁਝ ਦਿਨਾਂ ਲਈ ਅਪਵਿੱਤਰ ਹੋ ਜਾਂਦਾ ਹੈ। ਔਰ ਜਿੱਦਾਂ ਜਨਮ ਵਾਲੇ ਅਪਵਿੱਤਰ ਘਰ ਦੇ ਵਿੱਚ ਉਹ ਰੋਟੀ ਨਹੀਂ ਨਾ ਖਾਂਦੇ, ਸੰਨਿਆਸੀ ਲੋਕ, ਧਾਰਮਿਕ ਲੋਕ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਨੇ, ਇਦਾਂ ਉਹ ਮੌਤ ਵਾਲੇ ਘਰ ਦੇ ਵਿੱਚ ਵੀ ਖਾਸ ਦਿਨ ਦੇ ਉੱਤੇ ਰੋਟੀ ਨਹੀਂ ਖਾਂਦੇ। ਔਰ ਵੈਸੇ ਹੋ ਸਕਦਾ ਹੈ ਇਹ ਇਸ ਪਾਸੇ ਤੋਂ ਗੱਲ ਸ਼ੁਰੂ ਹੋਈ ਹੋਵੇ, ਜਿਹੜੀ ਜਨਮ ਵਾਲੀ ਸੰਬੰਧਿਤ ਗੱਲ ਹੈ। ਮੌਤ ਦਾ ਤੇ ਸਾਨੂੰ ਕੁਝ ਕਹਿ ਨਹੀਂ ਸਕਦੇ, ਜਨਮ ਵਾਲੀ ਜਿਹੜੀ ਗੱਲ ਹੈ, ਹੋ ਸਕਦਾ ਇੱਥੋਂ ਸ਼ੁਰੂ ਹੋਈ ਹੋਵੇ ਕਿ ਸਾਨੂੰ ਵੀ ਪਤਾ ਹੈ ਕਿ ਬੱਚਾ ਜਿਹੜਾ ਹੈ ਉਹਦਾ ਅਜੇ ਨਵਾਂ ਜਨਮ ਹੋਇਆ ਹੈ ਤੇ ਨਵੇਂ ਬੱਚੇ ਨੂੰ ਜਿੰਨੇ ਜ਼ਿਆਦਾ ਬੰਦੇ ਵੇਖਣ ਆਉਣਗੇ, ਉਹਨੂੰ ਇਨਫੈਕਸ਼ਨ ਹੋਣ ਦਾ, ਉਹਨੂੰ ਬਿਮਾਰੀ ਲੱਗਣ ਦਾ ਓਨਾ ਹੀ ਖਤਰਾ ਜ਼ਿਆਦਾ ਹੈ, ਕਿਉਂਕਿ ਬੜਾ ਸੋਲ ਹੈ ਅਜੇ ਉਹਨੂੰ ਬੜੀ ਜਲਦੀ ਕੋਈ ਨਾ ਕੋਈ ਬਿਮਾਰੀ ਘੇਰ ਸਕਦੀ ਹੈ ਵੀ ਕੌਣ ਬੰਦਾ ਕਿਵੇਂ ਦਾ ਆ ਰਿਹਾ, ਔਰ ਅਣਜਾਣ ਬੰਦਾ ਤੇ ਬਿਲਕੁਲ ਨਹੀਂ ਆਵੇਗਾ। ਹੋ ਸਕਦਾ ਹੈ ਇੱਥੋਂ ਗੱਲ ਸ਼ੁਰੂ ਹੋਈ ਹੋਵੇ, ਪਰ ਉਹਨੂੰ ਘਰ ਨੂੰ ਹੀ ਜਾਂ ਔਰਤ ਨੂੰ ਹੀ ਅਪਵਿੱਤਰ ਕਹਿ ਦੇਣਾ। ਮੈਂ ਬੇਨਤੀ ਕਰ ਦੇਵਾਂ, ਆਪਾਂ ਪਹਿਲਾਂ ਵੀ ਇਸ ਗੱਲ ਨੂੰ ਵਿਚਾਰਿਆ ਹੈ ਕਿ ਔਰਤ ਦੀ ਅਪਵਿੱਤਰਤਾ ਦੇ ਨਾਲ ਇਹਨੂੰ ਜੋੜ ਦੇਣਾ। ਜਿਸ ਦਿਨ ਸਾਨੂੰ ਵੀ ਪਤਾ ਹੈ ਕਿ ਔਰਤ ਦੇ ਘਰ ਦੇ ਵਿੱਚ ਸਾਡੀ ਮਾਤਾ, ਸਾਡੀ ਭੈਣ, ਉਹਨਾਂ ਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਤੇ ਜਨਮ ਤੋਂ ਬਾਅਦ ਵੀ ਕੁਝ ਦਿਨ ਜਿਹੜਾ ਹੈ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਬਿਲਕੁਲ ਪੂਰੀ ਤਰ੍ਹਾਂ ਤਿਆਰ ਵੀ ਨਹੀਂ ਹੁੰਦਾ। ਮਤਲਬ ਇੱਕ ਤੇ ਸਰੀਰ ਜਿਹੜਾ ਹੈ ਉਹ ਇਦਾਂ ਕਹਿ ਸਕਦੇ ਹਾਂ ਵੀ ਇੰਨੀ ਹਿੰਮਤ ਨਹੀਂ ਕਰ ਸਕਦਾ, ਦੂਸਰੇ ਨੰਬਰ ਦੇ ਉੱਤੇ ਸਰੀਰ ਦੇ ਵਿੱਚੋਂ ਖੂਨ ਵੀ ਨਿਕਲਦਾ ਹੈ। ਇਹ ਅਸੀਂ ਜੋ ਪੜ੍ਹਦੇ ਹਾਂ, ਜਾਣਦੇ ਹਾਂ, ਸਮਝਦੇ ਹਾਂ ਇਸ ਗੱਲ ਨੂੰ, ਪਰ ਇਹਦੇ ਪਿੱਛੇ ਮਾਨਸਿਕਤਾ ਫਿਰ ਉਹੀ ਹੈ ਵੀ ਭਾਈ ਘਰ ਅਪਵਿੱਤਰ ਹੋ ਗਿਆ ਹੈ ਤੇ ਹੁਣ ਅਪਵਿੱਤਰ ਘਰ ਦੇ ਵਿੱਚੋਂ ਰੋਟੀ ਖਾਣ ਵਾਲੇ ਨੂੰ ਮੰਨਿਆ ਜਾਂਦਾ ਹੈ ਵੀ ਅਪਵਿੱਤਰ ਹੋ ਗਿਆ। ਇੱਥੋਂ ਇਹ ਜਿਹੜਾ ਵਹਿਮ ਸ਼ੁਰੂ ਹੁੰਦਾ ਹੈ, ਸੂਤਕ ਵਾਲੇ ਘਰਾਂ ਦਾ ਵਹਿਮ। ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ, ਜੇਕਰ ਸਾਡਿਆਂ ਘਰਾਂ ਦੇ ਵਿੱਚ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਆ ਉਪਦੇਸ਼ ਸਾਨੂੰ ਸਮਝਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ ਫਿਰ ਚਲੋ ਵੇਖ ਲੈਂਦੇ ਹਾਂ ਵੀ ਵਾਕਿਆ ਹੀ ਸੂਤਕ ਹੁੰਦਾ ਹੈ, ਵੀ ਜੇ ਮੰਨ ਲਈਏ ਤੁਹਾਡੀ ਗੱਲ ਵੀ ਸੂਤਕ ਹੋ ਜਾਂਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਸੂਤਕ ਦਾ ਮਤਲਬ ਕੀ ਸਮਝਦੇ ਜੇ? ਵੀ ਜਨਮ ਦੇ ਨਾਲ ਜਿਹੜੀ ਅਪਵਿੱਤਰਤਾ ਆਉਂਦੀ ਹੈ ਉਹ ਹੈ ਸੂਤਕ। ਸਤਿਗੁਰੂ ਕਹਿੰਦੇ ਠੀਕ ਹੈ, ਸਮਝ ਲੈਂਦੇ ਹਾਂ ਇਸ ਗੱਲ ਨੂੰ। ਫਿਰ ਗੁਰੂ ਸਾਹਿਬ ਆਪਣੀ ਗੱਲ ਕਰਦੇ ਨੇ, ਜੇਕਰ ਸੂਤਕ ਮੰਨੀਏ, ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਜੇ ਤੁਹਾਡੇ ਆਖੇ ਲੱਗ ਕੇ ਤੇ ਅਸੀਂ ਮੰਨ ਲਈਏ ਵੀ ਸੂਤਕ ਕੋਈ ਚੀਜ਼ ਹੈ, ਮੰਨ ਲਈਏ ਵੀ ਜਨਮ ਵੇਲੇ ਕੋਈ ਘਰ ਅਪਵਿੱਤਰ ਹੋ ਜਾਂਦਾ ਹੈ, ਜੇਕਰ ਸੂਤਕ ਮੰਨੀਏ ਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਸਭ ਤੈ ਸੂਤਕ ਹੋਏ। ਫਿਰ ਤੇ ਸਾਰਾ ਕੁਝ ਹੀ ਸੂਤਕ ਹੈ, ਫਿਰ ਤਾਂ ਸਾਰਾ ਕੁਝ ਹੀ ਸੂਤਕ ਹੈ। ਕਿਹੜੀ ਚੀਜ਼ ਹੈ ਜਿੱਥੇ ਜਨਮ ਤੇ ਮੌਤ ਉਸੇ ਵੇਲੇ ਨਹੀਂ ਹੋ ਰਹੀ? ਇੱਕ ਬਚਨ ਆਪ ਜੀ ਦੇ ਅੱਗੇ ਰੱਖ ਦੇਵਾਂ, ਭਾਈ ਮਨੀ ਸਿੰਘ ਹੁਣਾਂ ਨੇ ਗਿਆਨ ਰਤਨਾਵਲੀ ਦੇ ਵਿੱਚੋਂ ਹਵਾਲਾ ਦਿੱਤਾ ਹੈ। ਉਹਦੇ ਵਿੱਚ ਇੱਕ ਗੱਲ ਬੋਲਦੇ ਨੇ, ਕਹਿੰਦੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ, ਪੰਜਵੇਂ ਪਾਤਸ਼ਾਹ ਜੀ ਦੇ ਕੋਲ 3 ਸਿੱਖ ਆਏ ਤੇ ਆ ਕੇ ਮਹਾਰਾਜ ਨੂੰ ਕਹਿੰਦੇ ਵੀ ਮਹਾਰਾਜ ਕੋਈ ਇਦਾਂ ਦਾ ਉਪਦੇਸ਼ ਸਾਨੂੰ ਦਿਓ, ਕੋਈ ਇਦਾਂ ਦੀ ਸਿੱਖਿਆ ਸਾਨੂੰ ਦਿਓ
ਵੀ ਸਾਡਾ ਜਿਹੜਾ ਸਵਾਸ ਸਿਮਰਨ ਚੱਲੇ, ਮਤਲਬ ਸਾਡਾ ਧਿਆਨ ਵਾਹਿਗੁਰੂ ਦੇ ਵੱਲੋਂ ਨਾ ਹਟੇ। ਤੇ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਵੀ ਤੁਸੀਂ ਵਾਹਿਗੁਰੂ ਦਾ ਜਾਪ ਕਰੋ। ਜੇ ਧਿਆਨ ਪਰੇ ਹੁੰਦਾ ਹੈ ਤੇ ਸ਼ਬਦ ਨੂੰ ਸਮਝੋ, ਸ਼ਬਦ ਨੂੰ ਵਿਚਾਰੋ, ਧਿਆਨ ਟਿਕੇਗਾ, ਆਪਣੇ ਆਪ ਹੌਲੀ ਹੌਲੀ ਗੱਲ ਬਣ ਜਾਵੇਗੀ। ਹੁਣ ਇਹਨਾਂ ਨੇ ਘਰ ਆ ਕੇ ਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਜਿੱਦਾਂ ਸਤਿਗੁਰੂ ਨੇ ਕਿਹਾ, ਇਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਬਾਣੀ ਪੜ੍ਹਦੇ ਨੇ, ਵਾਹਿਗੁਰੂ ਬੋਲਦੇ ਨੇ, ਜਿੱਦਾਂ ਵੀ ਵਿਚਾਰ ਚੱਲਦੀ ਹੈ। ਤੇ ਹੁਣ ਇਹ ਜਿਹੜੇ ਸਿੱਖ ਨੇ, ਉਹ ਜਿਹੜੇ ਘਰ ਦੇ ਵਿੱਚ ਰਹਿੰਦੇ ਨੇ, ਉਸ ਘਰ ਦੇ ਜਿਹੜੇ ਪੁਰੋਹਿਤ ਸੀ, ਪੰਡਿਤ ਸੀ, ਉਹ ਇੱਕ ਦਿਨ ਇਹਨਾਂ ਨੂੰ ਆ ਕੇ ਕਹਿੰਦੇ ਨੇ ਵੀ ਤੁਸੀਂ ਤੇ ਬੜਾ ਗਲਤ ਕੰਮ ਕਰਦੇ ਪਏ ਜੇ। ਅੱਛਾ, ਵੀ ਕੀ ਗਲਤ ਕੰਮ ਕਰਦੇ ਜੇ? ਵੀ ਤੁਸੀਂ ਨਾ ਤੇ ਕਿਸੇ ਪੰਡਿਤ ਨੂੰ ਕਦੀ ਰੋਟੀ ਖਵਾਉਂਦੇ ਜੇ। ਸਿੱਧੀ ਜੀ ਗੱਲ ਹੈ, ਮਹਾਰਾਜ ਜੀ ਨੇ ਰੋਕਿਆ ਸੀ ਇਸ ਚੀਜ਼ ਤੇ ਕਿਸੇ ਨੇ ਖਿਆਲ ਵੀ ਨਹੀਂ ਕੀਤਾ ਵੀ ਤੁਸੀਂ ਕਿਸੇ ਨੂੰ ਰੋਟੀ ਵੀ ਨਹੀਂ ਖਵਾਉਂਦੇ ਤੇ ਕਿਸੇ ਚੀਜ਼ ਦੀ ਮਤਲਬ ਤੁਸੀਂ ਕੋਈ ਦਿਨ ਤਿਉਹਾਰ ਦੀ ਵਿਚਾਰ ਵੀ ਨਹੀਂ ਕਰਦੇ। ਜਦੋਂ ਬਾਣੀ ਵਾਲੇ ਪਾਸੇ ਹੋ ਗਏ ਤੇ ਫਿਰ ਇਸ ਪਾਸੇ ਕਿੰਨੇ ਆਉਣਾ ਸੀ? ਤਾਂ ਉਹ ਅੱਗੋਂ ਉਹਨਾਂ ਦਾ ਜਵਾਬ ਵੇਖੋ। ਉਹ ਕਹਿੰਦੇ ਨੇ ਵੀ ਪੰਡਿਤ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਸੂਤਕ ਵਾਲੇ ਘਰ ਦੇ ਵਿੱਚੋਂ ਰੋਟੀ ਖਾ ਲੈਂਦੇ ਜੇ? ਕਹਿੰਦੇ ਜੀ ਨਹੀਂ ਖਾਂਦੇ। ਕਹਿੰਦੇ ਬਸ ਸਾਡੇ ਘਰ ਦੇ ਵਿੱਚ ਤੇ ਸੂਤਕ ਤੇ ਪਾਤਕ ਰੋਜ਼ ਹੀ ਹੋ ਰਿਹਾ ਹੈ, ਤੁਸੀਂ ਸਾਡੇ ਘਰ ਦੇ ਵਿੱਚ ਰੋਟੀ ਕਿੱਦਾਂ ਖਾ ਲੋਗੇ? ਕਹਿੰਦੇ ਜੀ ਇਹ ਕੀ ਹਿਸਾਬ ਹੋਇਆ? ਕਹਿੰਦੇ ਵੇਖੋ, ਜਦੋਂ ਦੇ ਅਸੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਹਾਂ, ਸਾਨੂੰ ਰੋਜ਼ ਨਵੀਂ ਗੱਲ ਸਮਝ ਆਉਂਦੀ ਹੈ। ਸਾਡੇ ਘਰ ਦੇ ਵਿੱਚ ਗਿਆਨ ਹੋਈ ਜਾ ਰਿਹਾ ਹੈ, ਸਮਝ ਹੋਈ ਜਾ ਰਹੀ ਹੈ, ਸਾਨੂੰ ਰੋਜ਼ ਨਵੀਂ ਗੱਲ ਸਿੱਖਣ ਨੂੰ ਮਿਲਦੀ ਹੈ। ਸਾਡੇ ਘਰ ਦੇ ਵਿੱਚ ਗਿਆਨ ਪੈਦਾ ਹੋ ਰਿਹਾ ਹੈ, ਗਿਆਨ ਜਨਮ ਲੈ ਰਿਹਾ ਹੈ। ਪਰ ਇਹ ਕੀ ਹੋ ਗਿਆ? ਇਹ ਸੂਤਕ ਹੋ ਗਿਆ, ਕਿਸੇ ਚੀਜ਼ ਦਾ ਜਨਮ ਹੋਣਾ। ਤੇ ਜਦੋਂ ਸਾਡੇ ਘਰ ਦੇ ਵਿੱਚ ਗਿਆਨ ਜਨਮ ਲੈਂਦਾ ਹੈ, ਅਗਿਆਨ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਇਸ ਕਰਕੇ ਸਾਡੇ ਘਰ ਦੇ ਵਿੱਚ ਪਾਤਕ ਵੀ ਨਾਲੇ ਨਾਲ ਹੀ ਚੱਲਦਾ ਪਿਆ ਹੈ। ਤੇ ਤੁਸੀਂ ਇਹ ਦੱਸੋ ਵੀ ਭਾਈ ਸੂਤਕ ਤੇ ਪਾਤਕ ਵਾਲੇ ਘਰ ਦੇ ਵਿੱਚੋਂ ਤੁਸੀਂ ਰੋਟੀ ਕਿੱਦਾਂ ਖਾ ਸਕਦੇ ਜੇ? ਇਸ ਕਰਕੇ ਅਸੀਂ ਤੁਹਾਡੇ ਨਾਲ ਇਹ ਹਿਸਾਬ ਕਿਤਾਬ ਤੇ ਤੁਹਾਡੇ ਨਾਲ ਮਿਲ ਵਰਤਣੀ ਬੰਦ ਕਰ ਦਿੱਤਾ ਹੈ। ਹੁਣ ਇਹ ਤੇ ਸਮਝਾਉਣ ਦਾ ਤਰੀਕਾ ਸੀ ਮਹਾਰਾਜ ਦਾ। ਹਜ਼ੂਰ ਕਹਿੰਦੇ ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ। ਜੇਕਰ ਮੰਨ ਲਿਆ ਜਾਵੇ ਵੀ ਸੂਤਕ ਨਾਂ ਦੀ ਕੋਈ ਚੀਜ਼ ਹੈ, ਬਿਮਾਰੀ ਹੈ, ਵਹਿਮ ਹੈ, ਤੇ ਗੁਰੂ ਸਾਹਿਬ ਕਹਿੰਦੇ ਕਿੱਥੇ ਕਿੱਥੇ ਬਚੋਗੇ ਸੂਤਕ ਤੋਂ? ਤੁਹਾਨੂੰ ਵੀ ਪਤਾ ਹੈ, ਅੱਜ ਜਦੋਂ ਅਸੀਂ ਸਾਹ ਲੈਂਦੇ ਹਾਂ, ਕਿੰਨੇ ਜੀਵ ਸਾਡੇ ਸਾਹ ਬਾਹਰ ਕੱਢਦਿਆਂ ਹੀ ਮਰ ਜਾਂਦੇ ਨੇ। ਸਾਹ ਬਾਹਰ ਕੱਢਣ ਦੇ ਨਾਲ ਹੀ ਅਸੀਂ ਕੁਝ ਬੋਲਦੇ ਹਾਂ, ਸਾਡੇ ਬੋਲਦਿਆਂ ਕਿੰਨੇ ਜੀਵ ਚੜ੍ਹਾਈ ਕਰ ਜਾਂਦੇ ਨੇ, ਜਿਹੜੇ ਦਿਸਦੇ ਵੀ ਨਹੀਂ ਸਾਨੂੰ ਇਹਨਾਂ ਅੱਖਾਂ ਦੇ ਨਾਲ। ਅਸੀਂ ਬਾਬਾ ਕਬੀਰ ਸਾਹਿਬ ਦਾ ਸ਼ਬਦ ਵੇਖਾਂਗੇ, ਜਦੋਂ ਅਸੀਂ ਸਾਹ ਅੰਦਰ ਲੈ ਕੇ ਜਾ ਰਹੇ ਹਾਂ, ਕਿੰਨੇ ਜੀਵ ਜਿਹੜੇ ਨੇ ਉਦੋਂ ਚੜ੍ਹਾਈ ਕਰ ਗਏ। ਅਸੀਂ ਚੱਲਦੇ ਫਿਰਦੇ ਹਾਂ, ਸਾਡੇ ਪੈਰਾਂ ਥੱਲੇ ਆ ਕੇ ਕਿੰਨੇ ਜੀਵ ਚੜ੍ਹਾਈ ਕਰ ਗਏ। ਤੇ ਮੈਂ ਵਾਰ-ਵਾਰ ਇਸ ਗੱਲ ਨੂੰ ਕਹਿਣਾ ਨਾ ਵੀ ਆਲ ਆਊਟ ਤੇ ਅਸੀਂ ਸਾਰਿਆਂ ਨੇ ਘਰ ਦੇ ਵਿੱਚ ਲਾਈ ਹੈ ਨਾ। ਕਿੰਨੇ ਮੱਛਰ ਰੋਜ਼ ਹੀ ਮਰੀ ਜਾਂਦੇ, ਰੋਜ਼ ਹੀ ਪੈਦਾ ਹੋਈ ਜਾਂਦੇ। ਵੀ ਉਹਨਾਂ ਵਾਰੀ ਸੂਤਕ ਨਹੀਂ ਆ ਵੀ ਬੰਦਿਆਂ ਵਾਰੀ ਸੂਤਕ ਹੋ ਗਿਆ ਹੈ। ਕਿੱਥੇ ਨਹੀਂ ਜੀਵ ਮਰਦੇ ਪਏ ਤੇ ਕਿੱਥੇ ਨਹੀਂ ਜੀਵ ਪੈਦਾ ਹੁੰਦੇ ਪਏ। ਸਾਡੇ ਵਹਿੰਦਿਆਂ ਵਹਿੰਦਿਆਂ ਹੀ ਪਰ ਸੈਕਿੰਡ ਦੇ ਵਿੱਚ ਕਿੰਨੀ ਉਪਜ ਪੈਦਾ ਹੋ ਜਾਂਦੀ ਹੈ ਤੇ ਕਿੰਨੀ ਖਤਮ ਹੋ ਜਾਂਦੀ ਹੈ, ਜਿਨ੍ਹਾਂ ਦੀ ਉਮਰ ਹੀ ਏਡੀ ਏਡੀ ਹੈ। ਮਹਾਰਾਜ ਕਹਿੰਦੇ ਕਿੱਥੇ ਕਿੱਥੇ ਨਹੀਂ ਹੈ ਸੂਤਕ, ਸਭ ਤੈ ਸੂਤਕ ਹੋਏ। ਸੂਤਕ ਤੇ ਸਾਰੀਆਂ ਥਾਵਾਂ ਦੇ ਉੱਤੇ ਹੈ। ਔਰ ਬਾਬਾ ਕਬੀਰ ਇਹਨੂੰ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ। ਕਹਿੰਦੇ ਪਾਣੀ ਦੇ ਵਿੱਚ ਵੀ ਸੂਤਕ ਹੈ। ਹੁਣ ਪਾਣੀ ਦੇ ਵਿੱਚ ਅਸੀਂ ਵੇਖਦੇ ਹਾਂ, ਤੁਸੀਂ ਵੀ ਇਸ ਗੱਲ ਨੂੰ ਵੇਖਿਆ ਕਿ ਕਿੰਨੇ ਜੀਵ ਜਿਹੜੇ ਨੇ ਪਾਣੀ ਦੇ ਵਿੱਚ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ 70% ਪਾਣੀ ਹੈ ਤੇ ਆ 30% ਹੀ ਤੇ ਅਸੀਂ ਧਰਤੀ ਦੇ ਉੱਤੇ ਰਹਿਣ ਵਾਲੇ ਹਾਂ। ਬਾਕੀ ਜੀਵ ਤੇ 70% ਉੱਥੇ ਪਾਣੀ ਦੇ ਵਿੱਚ ਹੀ ਰਹਿ ਰਹੇ ਨੇ। ਪਾਣੀ ਦੇ ਵਿੱਚ ਕਿੰਨੇ ਜੀਵ ਮਰਦੇ ਪਏ ਨੇ, ਕਿੰਨੇ ਜੀਵ ਪੈਦਾ ਹੋ ਰਹੇ ਨੇ, ਕਿੰਨਾ ਜਨਮ ਤੇ ਕਿੰਨੀ ਮੌਤ ਜਿਹੜੀ ਹੈ ਉਹ ਪਾਣੀ ਦੇ ਵਿੱਚ ਹੀ ਹੋਈ ਜਾ ਰਹੀ ਹੈ। ਤੇ ਮਹਾਰਾਜ ਕਹਿੰਦੇ ਨੇ ਵੀ ਜਦੋਂ ਸਭ ਤੋਂ ਪਹਿਲਾਂ ਸਾਡੀ ਹੋਂਦ ਜਿਹੜੀ ਹੈ ਉਹ ਪਾਣੀ ਕਰਕੇ ਬਹੁਤ ਹੈ। ਹਵਾ ਜ਼ਰੂਰੀ ਹੈ, ਪਰ ਪਾਣੀ ਦੇ ਕਰਕੇ ਸਾਡਾ ਸਰੀਰ ਕਿੰਨਾ ਬਚਿਆ ਹੋਇਆ ਹੈ। ਤੇ ਇਸ ਨੂੰ ਸੋਚ ਕੇ ਵੇਖੋ, ਦਾਤਾਰ ਕਹਿੰਦੇ ਨੇ ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ। ਭਾਈ ਜਿੱਥੇ ਵੀ ਉਤਪੱਤੀ ਹੋ ਰਹੀ ਹੈ, ਸੂਤਕ ਤੇ ਉੱਥੇ ਹੀ ਲੱਗਾ ਹੋਇਆ ਹੈ। ਜਨਮੇ ਸੂਤਕ, ਮੂਏ ਫੁਨ ਸੂਤਕ, ਸੂਤਕ ਪਰਜ ਵਿਗੋਈ। ਜਨਮ ਦੇ ਨਾਲ ਤੁਹਾਨੂੰ ਸੂਤਕ ਦਾ ਵਹਿਮ ਹੈ, ਮਰਨ ਦੇ ਨਾਲ ਵੀ ਸੂਤਕ ਦਾ ਵਹਿਮ ਹੈ। ਦਾਤਾਰ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਇਹੋ ਹੀ ਸੋਚੀ ਜਾਂਦੀ ਹੈ ਵੀ ਭਾਈ ਆਹ ਘਰ ਚੰਗਾ ਹੋ ਗਿਆ ਤੇ ਆਹ ਘਰ ਮਾੜਾ ਹੋ ਗਿਆ। ਮੈਂ ਆਪ ਜੀ ਦੇ ਅੱਗੇ ਗੱਲ ਰੱਖ ਦੇਵਾਂ, ਫਿਰ ਅਸੀਂ ਇਹਨੂੰ ਵਿਚਾਰਾਂਗੇ। ਗੁਰਦੁਆਰਾ ਸਾਹਿਬ ਦੇ ਅੰਦਰ ਕੜਾਹ ਪ੍ਰਸ਼ਾਦ ਕਿਉਂ ਵਰਤਾਇਆ ਜਾਂਦਾ ਜਦੋਂ ਅਲਾਣੀਆਂ ਦਾ ਪਾਠ ਹੁੰਦਾ? ਉਹਦਾ ਕਾਰਨ ਹੀ ਸਭ ਤੋਂ ਵੱਡਾ ਇਹ ਸੀ ਵੀ ਜਿਹੜੇ ਕਹਿੰਦੇ ਨੇ ਨਾ
ਵੀ ਅਸੀਂ ਫਲਾਣੇ ਦੇ ਘਰ ਦੇ ਵਿੱਚ ਗਏ ਸੀ ਤੇ ਉਹਦੇ ਘਰ ਦੇ ਵਿੱਚ ਅਸੀਂ ਰੋਟੀ ਪਾਣੀ ਨਹੀਂ ਖਾਣਾ, ਉਹ ਇੱਥੇ ਗੁਰਦੁਆਰੇ ਵਹਿਮ ਤੋੜ ਕੇ ਘੱਲਿਆ ਜਾਂਦਾ ਵੀ ਭਾਈ ਇੱਥੇ ਪ੍ਰਸ਼ਾਦ ਖਾ ਲਓ ਤੇ ਘਰ ਦੇ ਵਿੱਚ ਰੋਟੀ ਖਾਣ ਲੱਗਿਆਂ ਵਹਿਮ ਨਾ ਕਰਿਓ। ਨਹੀਂ ਤਾਂ ਲੋਕੀ ਰੋਟੀ ਨਹੀਂ ਖਾ ਕੇ ਜਾਂਦੇ ਉਹਨਾਂ ਘਰਾਂ ਦੇ ਵਿੱਚ, ਤੁਸੀਂ ਕਿਤੇ ਵੇਖਿਆ ਹੋਵੇਗਾ ਵੀ ਇਹਨਾਂ ਘਰਾਂ 'ਚ ਰੋਟੀ ਨਹੀਂ ਖਾਣੀ, ਕਿਉਂ? ਅਪਵਿੱਤਰਤਾ ਆ ਗਈ ਹੈ। ਇਸ ਕਰਕੇ ਕੜਾ ਪ੍ਰਸ਼ਾਦ ਉਸ ਵੇਲੇ ਦੇ ਉੱਤੇ ਵਰਤਾਇਆ ਜਾਂਦਾ ਵੀ ਭਾਈ ਵਹਿਮਾਂ ਦੇ ਵਿੱਚ ਨਾ ਰਹੋ। ਹਾਲਾਂਕਿ ਸਾਰਿਆਂ ਦੀਵਾਨਾਂ ਦੇ ਵਿੱਚ ਹੀ ਵਰਤਾਇਆ ਜਾਂਦਾ ਹੈ ਕੜਾ ਪ੍ਰਸ਼ਾਦ, ਉਹ ਸਿਰਫ ਵਹਿਮ ਤੋੜਨਾ ਹੈ ਵੀ ਪ੍ਰਸ਼ਾਦੇ ਦਾ ਵਹਿਮ ਨਾ ਕਰੋ। ਅੱਗੇ ਜਾ ਕੇ ਗੱਲ ਆਵੇਗੀ ਇਸ ਬਾਰੇ ਖਾਸ। ਕਹੋ ਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਮਹਾਰਾਜ ਕਹਿੰਦੇ ਇਸ ਗੱਲ ਨੂੰ ਸਮਝ ਲਓ ਵੀ ਇਹ ਪੰਡਿਤ ਜੀ, ਕਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਕਿਹੜੀ ਥਾਂ ਪਵਿੱਤਰ ਜਿਹੜੀ ਹੈ ਉਹ ਜ਼ਿਆਦਾ ਹੈ ਤੇ ਕਿਹੜੀ ਥਾਂ ਅਪਵਿੱਤਰ ਹੈ। ਵੇਖੋ ਕਿੰਨਾ ਧਿਆਨ ਰੱਖਦੇ ਨੇ ਵੀ ਇਸ ਘਰ ਦੇ ਵਿੱਚ ਜਾਇਆ ਤੇ ਮੇਰਾ ਧਰਮ ਭ੍ਰਸ਼ਟ ਹੋ ਗਿਆ, ਇੱਥੇ ਤੇ ਸੂਤਕ ਵਾਲਾ ਘਰ ਸੀ ਮੈਂ ਚਲਾ ਗਿਆ। ਦਾਤਾਰ ਕਹਿੰਦੇ ਨੇ ਤੁਸੀਂ ਸਮਝੋ ਇਸ ਗੱਲ ਨੂੰ, ਨੈਣੋ ਸੂਤਕ, ਅੱਖਾਂ ਨੂੰ ਸੂਤਕ ਲੱਗਾ ਹੋਇਆ ਹੈ, ਬੈਨੋ ਸੂਤਕ, ਬੋਲਾਂ ਨੂੰ ਸੂਤਕ ਲੱਗਾ ਹੋਇਆ ਹੈ। ਇਹ ਕਿਹੜਾ ਲੱਗਾ ਹੈ ਇਹਨੂੰ ਅਸੀਂ ਵਿਚਾਰਦੇ ਹਾਂ। ਸੂਤਕ ਸ਼੍ਰਵਣੀ ਹੋਈ, ਕੰਨਾਂ ਨੂੰ ਸੂਤਕ ਲੱਗਾ ਹੋਇਆ ਹੈ। ਅੱਖਾਂ ਦੇ ਨਾਲ ਬੁਰਾ ਵੇਖਣਾ, ਕੰਨਾਂ ਦੇ ਨਾਲ ਬੁਰਾ ਸੁਣਨਾ, ਜ਼ੁਬਾਨ ਦੇ ਨਾਲ ਬੁਰਾ ਬੋਲਣਾ, ਇਹ ਅਪਵਿੱਤਰਤਾ ਹੀ ਤੇ ਹੈ ਜਿਹੜੀ ਬਾਹਰੋਂ ਅਪਵਿੱਤਰਤਾ ਇਕੱਠੀ ਕਰੀ ਜਾਂਦੇ। ਨੈਣੋ ਸੂਤਕ ਬੈਨੋ ਸੂਤਕ, ਸੂਤਕ ਸ਼੍ਰਵਣੀ ਹੋਈ। ਹਜ਼ੂਰ ਕਹਿੰਦੇ ਨੇ ਵੀ ਵੇਖੋ ਤੁਸੀਂ ਇਸ ਚੀਜ਼ ਨੂੰ ਵੀ ਹਰ ਇੱਕ ਚੀਜ਼ ਤੁਹਾਨੂੰ ਸੂਤਕ ਵਾਲੇ ਪਾਸੇ ਲੈ ਕੇ ਜਾ ਰਹੀ ਹੈ, ਪਰ ਤੁਸੀਂ ਸੂਤਕ ਕਿਹਨੂੰ ਮੰਨਿਆ ਹੈ ਵੀ ਘਰ ਦੇ ਵਿੱਚ ਕੋਈ ਜੀਵ ਪੈਦਾ ਹੋ ਗਿਆ, ਘਰ ਦੇ ਵਿੱਚੋਂ ਕੋਈ ਜੀਵ ਚੜਾਈ ਕਰ ਗਿਆ ਤੇ ਘਰ ਹੀ ਸੂਤਕ ਵਾਲਾ ਹੋ ਗਿਆ। ਸਤਿਗੁਰੂ ਕਹਿੰਦੇ ਹਰ ਬੰਦਾ ਤੇ ਆਪਣੇ ਨਾਲ ਸੂਤਕ ਲੈ ਕੇ ਤੁਰਦਾ ਪਿਆ ਹੈ। ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਗੁਰੂ ਸਾਹਿਬ ਕਹਿੰਦੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਆਪ ਜੀ ਹੁਣ ਤੇ ਚਲੋ ਕਿਉਂਕਿ ਸਾਡੇ ਕੋਲ ਗੈਸ ਦਾ ਸਿਸਟਮ ਆ ਗਿਆ, ਜਿਨ੍ਹਾਂ ਨੇ ਗੋਹਾ ਬਾਲਿਆ ਹੋਵੇਗਾ, ਪਾਥੀਆਂ ਬਾਲੀਆਂ ਹੋਣਗੀਆਂ ਜਾਂ ਲੱਕੜਾਂ ਬਾਲੀਆਂ ਹੋਣਗੀਆਂ ਚੁੱਲ੍ਹਿਆਂ ਦੇ ਵਿੱਚ, ਕੁਝ ਲੱਕੜਾਂ ਜਿਹੜੀਆਂ ਉਹਨਾਂ ਨੂੰ ਘੁਣ ਲੱਗ ਜਾਂਦਾ ਹੈ, ਸਿਉਂਕ ਲੱਗ ਜਾਂਦੀ ਹੈ, ਦੀਮਕ ਜਿਨ੍ਹਾਂ ਨੂੰ ਕਿਹਾ ਜਾਂਦਾ, ਪਾਥੀਆਂ ਨੂੰ ਵੀ ਲੱਗ ਜਾਂਦੀ ਹੈ, ਗੋਹੇ ਨੂੰ ਵੀ ਲੱਗ ਜਾਂਦੀ ਹੈ। ਉਹ ਕੀ ਹੁੰਦਾ ਹੈ ਕਿ ਜਿੱਥੇ ਲੱਕੜ ਥੋੜੀ ਜਿਹੀ ਖੋਖਲੀ ਹੋ ਗਈ ਉਹਦੇ ਵਿੱਚ ਸਿਉਂਕ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ, ਉੱਥੇ ਪੈਦਾ ਹੋਣੀ, ਉਹਨੇ ਲੱਕੜ ਹੀ ਖਾਣੀ ਹੈ ਤੇ ਲੱਕੜ ਉਹਨੇ ਖੋਖਲੀ ਕਰੀ ਜਾਣੀ ਹੈ। ਹੁਣ ਇਹ ਤੇ ਤੁਹਾਡੇ ਵੀ ਵੇਖਣ ਦੀ ਗੱਲ ਹੋਵੇਗੀ ਵੀ ਪੁਰਾਣਾ ਜਿਹੜਾ ਬਾਲਣ ਪਿਆ ਹੁੰਦਾ ਸੀ, ਲੱਕੜਾਂ ਪਈਆਂ ਹੁੰਦੀਆਂ ਸੀ, ਜਦੋਂ ਉਹਨਾਂ ਨੂੰ ਅੱਗ ਦੇ ਉੱਤੇ ਬਾਲਣਾ ਤੇ ਜਿੱਥੋਂ ਉਹ ਜਦੋਂ ਲੱਕੜ ਨੂੰ ਸੇਕ ਜਾਣਾ ਪਿੱਛੇ ਸ਼ੁਰੂ ਹੋ ਜਾਣਾ ਤੇ ਜਿਹੜੇ ਉਹਦੇ ਅੰਦਰ ਕੀੜੇ ਮਕੌੜੇ ਹੁੰਦੇ ਸੀ ਉਹਨਾਂ ਨੇ ਭੱਜ ਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਣਾ ਵੀ ਸ਼ਾਇਦ ਸਾਡੀ ਇਦਾਂ ਹੀ ਕਿਤੇ ਜਾਨ ਬਚ ਜਾਵੇ। ਹੁਣ ਗੁਰੂ ਸਾਹਿਬ ਕੀ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਵੀ ਜੇ ਮੰਨ ਵੀ ਲਿਆ ਜਾਵੇ ਵੀ ਸੂਤਕ ਹੈ ਤੇ ਕਿੱਥੋਂ ਬਚੋਗੇ ਵੀ ਸੂਤਕ ਨਹੀਂ ਹੈ? ਰੋਟੀ ਖਾਣੀ ਬੰਦ ਕਰ ਦੇਵੋਗੇ। ਚਲੋ ਉਸ ਘਰ ਦੇ ਵਿੱਚੋਂ ਰੋਟੀ ਨਹੀਂ ਖਾਓਗੇ ਵੀ ਆਹ ਘਰ ਸੂਤਕ ਵਾਲਾ ਹੈ ਤੇ ਤੁਸੀਂ 10 ਦਿਨ ਕਹਿੰਦੇ ਜੇ ਵੀ ਇੱਕ ਘਰ ਦੇ ਵਿੱਚ ਅਪਵਿੱਤਰਤਾ ਹੈ, 13 ਦਿਨ ਇੱਕ ਘਰ ਦੇ ਵਿੱਚ ਅਪਵਿੱਤਰਤਾ ਹੈ, ਤੇ ਕੀ 13 ਦਿਨ ਰੋਟੀ ਨਹੀਂ ਖਾਓਗੇ? ਆਪਣੇ ਘਰ ਤੇ ਖਾਓਗੇ ਹੀ ਨਾ। ਤੇ ਜੇ ਆਪਣੇ ਘਰ ਖਾਓਗੇ ਤੇ ਤੁਹਾਡੇ ਤੇ ਆਪਣੇ ਘਰ ਦੇ ਵਿੱਚ ਸੂਤਕ ਰੋਜ਼ ਹੋ ਰਿਹਾ। ਕਿੱਦਾਂ ਹੋ ਰਿਹਾ? ਸਤਿਗੁਰੂ ਕਹਿੰਦੇ ਅੱਗ ਬਾਲੋਗੇ ਤੇ ਲੱਕੜ ਵੇਖੋ ਉਹਦੇ ਵਿੱਚ ਕਿੰਨੇ ਕੀੜੇ ਤੁਰੇ ਫਿਰਦੇ ਨੇ, ਜਦੋਂ ਤੁਸੀਂ ਪਾਥੀ ਬਾਲੋਗੇ ਉਹਦੇ ਵਿੱਚ ਕਿੰਨੇ ਕੀੜੇ ਤੁਰੇ ਫਿਰਦੇ ਨੇ। ਚਲੋ ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਹੁਣ ਅਸੀਂ ਕਹੀਏ ਵੀ ਇਹ ਤੇ ਉਦੋਂ ਦੀਆਂ ਗੱਲਾਂ ਨੇ। ਸਾਡੇ ਘਰ ਦੇ ਵਿੱਚ ਕਿੰਨਾ ਅਨਾਜ ਆ ਰਿਹਾ ਹੈ। ਮਹਾਰਾਜ ਕੀ ਕਹਿੰਦੇ ਨੇ, ਜੇਤੇ ਦਾਣੇ ਅੰਨ ਕੇ ਜੀਆਂ ਵੱਧ ਨਾ ਕੋਏ। ਜਿਸ ਚੀਨੀ ਨੂੰ ਤੁਸੀਂ ਖਾਂਦੇ ਜੇ, ਅਸੀਂ ਖਾਂਦੇ ਹਾਂ, ਖੇਤਾਂ ਦੇ ਵਿੱਚੋਂ ਉੱਗ ਕੇ ਆਉਂਦੀ ਹੈ ਤੇ ਉਹਦੇ ਵਿੱਚ ਕਿੰਨੇ ਦਾਣੇ ਇਦਾਂ ਦੇ ਨੇ, ਕਿੰਨੇ ਗੰਨੇ ਇਦਾਂ ਦੇ ਨੇ ਜਿਹਨਾਂ ਨੂੰ ਕੀੜਾ ਲੱਗ ਜਾਂਦਾ, ਉਹ ਇਦਾਂ ਹੀ ਸਾਰੇ ਪੀਸੇ ਜਾਂਦੇ ਨੇ ਨਾਲ ਹੀ ਜਦੋਂ ਫੈਕਟਰੀ ਦੇ ਵਿੱਚ ਜਾਂਦੇ ਨੇ, ਮਿੱਲ ਦੇ ਵਿੱਚ ਜਾਂਦੇ ਨੇ। ਕੌਣ ਇਹਨਾਂ ਧਿਆਨ ਰੱਖਦਾ ਪਿਆ? ਕਿਹੜੀ ਚੀਜ਼ ਅਸੀਂ ਖਾ ਰਹੇ ਹਾਂ ਜਿਹਦੇ ਵਿੱਚ ਜਨਮ ਤੇ ਮੌਤ ਇੱਕੋ ਵੇਲੇ ਨਹੀਂ ਹੋ ਰਹੀ? ਜਿਹੜੀ ਬੁਰਕੀ ਸਾਡੇ ਅੰਦਰ ਚਲੀ ਗਈ ਹੈ, ਕਿ ਉਸ ਬੁਰਕੀ ਦੀ ਮੌਤ ਨਹੀਂ ਹੋਈ, ਕਿ ਉੱਥੇ ਪਾਤਕ ਨਹੀਂ ਹੋਇਆ? ਗੁਰੂ ਸਾਹਿਬ ਕਹਿੰਦੇ ਨੇ ਭਾਈ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਤੁਸੀਂ ਦੂਜਿਆਂ ਘਰਾਂ ਦੇ ਵਿੱਚ ਤੇ ਮਨਾ ਕਰ ਦਿੱਤਾ ਵੀ ਇੱਥੇ ਆਪਾਂ ਰੋਟੀ ਨਹੀਂ ਖਾਣੀ, ਤੇ ਘਰ ਦੇ ਵਿੱਚ ਆ ਕੇ ਜਦੋਂ ਖਾਂਦੇ ਜੇ ਤੇ ਕੀ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਇਹ ਕੁਝ ਨਹੀਂ ਹੋ ਰਿਹਾ? ਜਨਮ ਤੇ ਮੌਤ ਨਹੀਂ ਹੋ ਰਹੀ, ਸੂਤਕ ਤੇ ਪਾਤਕ ਨਹੀਂ ਹੋ ਰਿਹਾ ਤੁਹਾਡੇ ਘਰ ਦੇ ਵਿੱਚ? ਅਸੀਂ ਜਦੋਂ ਘਰ ਦੇ ਵਿੱਚ ਰੋਟੀ ਬਣਾਉਂਦੇ ਹਾਂ, ਤੁਸੀਂ ਵੇਖਦੇ ਜੇ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ? ਰਸੋਈ ਸਾਫ਼ ਕਰਦੇ ਹਾਂ ਆਪਣੀ। ਤੇ ਜਦੋਂ ਰਸੋਈ ਸਾਫ਼ ਕਰਦੇ ਹਾਂ, ਕਿੰਨੇ ਕੀੜੇ, ਕਿੰਨੇ ਮੱਛਰ ਜਿਹੜੇ ਹੁੰਦੇ ਨੇ ਅਸੀਂ ਘਰ ਦੇ ਵਿੱਚੋਂ ਬਾਹਰ ਕੱਢਦੇ ਨੇ ਜੇ ਕਿਤੇ ਸਾਡੀ ਰਸੋਈ ਦੇ ਵਿੱਚ ਪਏ ਹੋਣ। ਅਸੀਂ ਕਦੀ ਸੋਚਿਆ ਵੀ ਨਹੀਂ ਭਾਈ ਇਹਨਾਂ ਨੂੰ ਇਹ ਹੁਣ ਖਤਮ ਹੋ ਗਏ ਨੇ ਤੇ ਸਾਡੀ ਰਸੋਈ ਜਿਹੜੀ ਉਹ ਤੇ ਪਿੱਟੀ ਗਈ, ਕਿਉਂਕਿ ਸੂਤਕ ਵਾਲੀ ਹੋ ਗਈ, ਅਸੀਂ ਰੋਟੀ ਨਹੀਂ ਬਣਾ ਸਕਦੇ ਉੱਥੇ। ਜਦੋਂ ਸਾਡੇ ਘਰ ਦੇ ਵਿੱਚ ਇੰਨੀ ਜਨਮ ਤੇ ਇੰਨੀ ਮੌਤ ਹਰ ਵੇਲੇ ਹੋਈ ਜਾ ਰਹੀ ਹੈ ਤੇ ਅਸੀਂ ਕਿੱਦਾਂ ਬਚ ਸਕਦੇ ਹਾਂ ਇਸ ਚੀਜ਼ ਤੋਂ? ਮਹਾਰਾਜ ਕਹਿੰਦੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ।
ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਮਹਾਰਾਜ ਜੀ ਕਹਿੰਦੇ ਨੇ ਭਾਈ ਜਿੰਨੇ ਵੀ ਅੰਨ ਦੇ ਦਾਣੇ ਨੇ ਇਹ ਜਿਹੜੇ ਨੇ ਇਹ ਕੋਈ ਵੀ ਜ਼ਿੰਦਗੀ ਤੋਂ ਬਿਨਾ ਨਹੀਂ ਹੈ, ਇਹਨਾਂ ਸਾਰਿਆਂ ਦੇ ਵਿੱਚ ਹੀ ਜੀਵਨ ਹੈ। ਜੀਵਨ ਹੈ ਤਾਂ ਹੀ ਤੇ ਵਿਕਸਿਤ ਹੁੰਦੇ ਨੇ। ਲੋਹਾ ਹੈ, ਤੁਸੀਂ ਵੇਖੋ ਉਹਨੂੰ ਜ਼ਮੀਨ ਦੇ ਵਿੱਚ ਸੁੱਟ ਦਿਓ, ਖਤਮ ਹੋ ਜਾਂਦਾ ਹੈ, ਵੱਡਾ ਨਹੀਂ ਹੁੰਦਾ। ਪਰ ਇੱਕ ਦਾਣਾ ਸੁੱਟ ਦਿਓ ਜ਼ਮੀਨ ਦੇ ਵਿੱਚ, ਉਹ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਦਰਖਤ ਹੈ, ਕਿੱਡਾ ਵੱਡਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਜੀਵਨ ਹੈ ਤੇ ਵੱਡਾ ਹੋਇਆ। ਸਾਡੇ ਵਿੱਚ ਜੀਵਨ ਨਹੀਂ ਹੈ, ਜਿੱਥੇ ਜਿੱਥੇ ਜੀਵਨ ਹੈ ਉੱਥੇ ਵੱਡਾ ਹੋ ਗਿਆ। ਆ ਪਿੱਲਰ ਹੀ ਨੇ ਤੁਹਾਡੇ ਸਾਹਮਣੇ, ਜੀਵਨ ਨਹੀਂ ਹੈ ਤੇ ਉਹ ਜਿੱਦਾਂ ਦੇ ਫਿੱਟ ਕੀਤੇ ਨੇ ਉਦਾਂ ਦੇ ਹੀ ਨੇ, ਵੱਡਾ ਕਿੱਥੇ ਹੋਇਆ? ਪਰ ਦੂਸਰੇ ਪਾਸੇ ਜਿੱਥੇ ਜੀਵਨ ਹੈ, ਵੇਖੋ ਫੁੱਲ ਦੇ ਵਿੱਚ ਜੀਵਨ ਹੈ, ਉਸੇ ਵੇਲੇ ਬਾਹਰ ਵੱਡਾ ਨਿਕਲੀ ਆਉਂਦਾ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਮਹਾਰਾਜ ਕਹਿੰਦੇ ਜਿੱਥੇ ਜਿੱਥੇ ਵੀ ਵੇਖੋਗੇ, ਜੋ ਵੀ ਰਿਜ਼ਕ ਖਾ ਰਹੇ ਹਾਂ, ਸਾਰਿਆਂ ਦੇ ਵਿੱਚ ਜੀਵਨ ਹੈ, ਸਾਰਿਆਂ ਦੇ ਵਿੱਚ ਜ਼ਿੰਦਗੀ ਹੈ। ਮੇਰੇ ਵਰਗਾ ਕਵੇ ਕਿ ਮੈਂ ਉਸ ਘਰੋਂ ਰੋਟੀ ਨਹੀਂ ਖਾਣੀ, ਉੱਥੇ ਸੂਤਕ ਲੱਗਾ ਹੈ। ਸਤਿਗੁਰੂ ਕਹਿੰਦੇ ਜਿਹੜਾ ਵੀ ਰਿਜ਼ਕ ਖਾਓਗੇ, ਜਿਹੜਾ ਵੀ ਅੰਨ ਖਾਓਗੇ, ਉੱਥੇ ਹੀ ਸੂਤਕ ਹੈ। ਸੂਤਕ ਤੋਂ ਬਾਹਰ ਕਿੱਦਾਂ ਹੋਵੋਗੇ? ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਸਭ ਤੋਂ ਵੱਡੀ ਗੱਲ, ਚਲੋ ਕੋਈ ਕਵੇ ਮੈਂ 2 ਦਿਨ ਰੋਟੀ ਛੱਡ ਦੇਵਾਂ, ਮੈਂ 4 ਦਿਨ ਰੋਟੀ ਛੱਡ ਦੇਵਾਂ, ਪਾਣੀ ਤੇ ਨਹੀਂ ਛੱਡਿਆ ਜਾਂਦਾ 4 ਦਿਨ। ਚਲੋ ਜੇ ਛੱਡ ਵੀ ਦਿੱਤਾ ਜਾਵੇ ਜਿੱਦ ਕਰਕੇ, ਤੇ ਜਿਹੜਾ ਸਰੀਰ ਦੇ ਅੰਦਰ ਪਹਿਲਾਂ ਪਾਣੀ ਬਣਿਆ ਹੈ ਉਹ ਕਿੱਥੇ ਕੱਢ ਦੇਵਾਂਗੇ? ਤੁਹਾਨੂੰ ਵੀ ਪਤਾ ਹੈ, ਥੋੜੀ ਜੀ ਪਾਣੀ ਦੀ ਹਾਲਤ ਸਾਡੇ ਸਰੀਰ ਤੋਂ ਇੱਧਰ ਉੱਧਰ ਹੋ ਜੇ, ਸਾਡੇ ਟੈਂਪਰੇਚਰ ਦਾ ਕੀ ਹਾਲ ਹੋ ਜਾਂਦਾ, ਸਾਡਾ ਸਰੀਰ ਬਿਮਾਰ ਹੋ ਜਾਂਦਾ। ਮਹਾਰਾਜ ਕਹਿੰਦੇ ਸਭ ਤੋਂ ਜ਼ਿਆਦਾ ਜੀਵਨ ਕਿੱਥੇ ਹੈ? ਸਭ ਤੋਂ ਵੱਡਾ ਜੀਵਨ ਸਭ ਤੋਂ ਪਹਿਲਾਂ ਤਾਂ ਪਾਣੀ ਦੇ ਵਿੱਚ ਹੈ। ਦਰਖਤ ਨੂੰ ਪਾਣੀ ਨਾ ਮਿਲੇ, ਦਰਖਤ ਫਲ ਨਹੀਂ ਦਿੰਦਾ। ਸਾਨੂੰ ਪਾਣੀ ਨਾ ਮਿਲੇ, ਅਸੀਂ ਵੱਡੇ ਨਹੀਂ ਹੋ ਸਕਦੇ। ਪਾਣੀ ਦੇ ਕਰਕੇ ਸਾਰਿਆਂ ਦੀ ਜ਼ਿੰਦਗੀ ਹੈ, ਪਾਣੀ ਦੇ ਕਰਕੇ ਸਾਰਿਆਂ ਦਾ ਜੀਵਨ ਹੈ। ਪਰ ਗੁਰੂ ਸਾਹਿਬ ਕਹਿੰਦੇ ਸੋਚ ਕੇ ਵੇਖੋ, ਪਾਣੀ ਦੇ ਵਿੱਚ ਕਿੰਨਿਆਂ ਨੂੰ ਜੀਵਨ ਮਿਲਦਾ ਪਿਆ ਹੈ। ਮਤਲਬ ਪਾਣੀ ਹੀ ਸਭ ਤੋਂ ਵੱਡਾ ਜੀਵ ਹੈ, ਜਿਹਦੇ ਕਰਕੇ ਜੀਵਨ ਸਾਰਿਆਂ ਨੂੰ ਮਿਲਦਾ ਪਿਆ ਹੈ। ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਜਿਹਦੇ ਕਰਕੇ ਸਾਰੇ ਹਰੇ ਨੇ। ਭਾਈ ਜਿਹਨੇ ਪਾਣੀ ਪੀ ਲਿਆ, ਉਹ ਚਾਹ ਕੇ ਵੀ ਸੂਤਕ ਤੇ ਪਤਕ ਦੇ ਵਹਿਮ ਤੋਂ ਬਾਹਰ ਨਹੀਂ ਹੋ ਸਕਦਾ, ਜਿਹਨੇ ਪਾਣੀ ਵਰਤ ਲਿਆ ਹੈ। ਗੁਰੂ ਸਾਹਿਬ ਨੇ ਇੱਕ ਗੱਲ ਦੂਸਰੇ ਪਾਸੇ ਤੋਂ ਕੀਤੀ ਹੈ, ਇਹਨਾਂ ਸੰਨਿਆਸੀਆਂ ਦੇ ਬਾਰੇ, ਜਿਹੜੇ ਕਹਿੰਦੇ ਸੀ ਵੀ ਅਸੀਂ ਕਿਸੇ ਜਿਹੜਾ ਨਾ ਕੋਈ ਮਾਸ ਨਹੀਂ ਖਾਂਦੇ ਤੇ ਅਸੀਂ ਤਾਂ ਕਰਕੇ ਰੱਬ ਦੇ ਜ਼ਿਆਦਾ ਨੇੜੇ ਹੋ ਗਏ ਹਾਂ। ਮਹਾਰਾਜ ਕਹਿੰਦੇ ਭਾਈ ਜਿਹਨੇ ਪਾਣੀ ਪੀ ਲਿਆ ਨਾ, ਉਹਨੇ ਸਾਰਾ ਕੁਝ ਹੀ ਕਰ ਲਿਆ। ਜਿਹਨੇ ਪਾਣੀ ਪੀ ਲਿਆ ਹੈ, ਇਹਨੇ ਕਿ ਇਹਨਾਂ ਚੀਜ਼ਾਂ ਦੀ ਪੈਰਵੀ ਹੈ। ਪਾਇਆ ਹੋਇਆ ਕੱਪੜਾ ਪਾਣੀ ਤੋਂ ਪੈਦਾ ਹੁੰਦਾ ਹੈ। ਕਪਾਹ ਨੂੰ ਪਾਣੀ ਮਿਲਿਆ ਤੇ ਫਿਰ ਹੀ ਕਪਾਹ ਵੱਡੀ ਹੋਈ ਹੈ, ਉਦਾਂ ਤੇ ਹੋ ਹੀ ਨਹੀਂ ਸਕਦੀ। ਚੌਲ ਦਾ ਦਾਣਾ ਖਾਂਦੇ ਹਾਂ, ਪਾਣੀ ਮਿਲਿਆ ਤੇ ਤਾਂ ਇਸ ਹੋਂਦ ਦੇ ਵਿੱਚ ਆਇਆ। ਘਰ ਦੇ ਵਿੱਚ ਆਟਾ ਪਿਆ ਹੈ, ਪਾਣੀ ਮਿਲਿਆ ਤੇ ਤਾਂ ਉੱਥੇ ਪਹੁੰਚਿਆ। ਜੇ ਪਾਣੀ ਨਾ ਮਿਲੇ ਤੇ ਸਮਝ ਲਓ ਹੋਂਦ ਹੀ ਖਤਮ ਹੈ ਉਹਦੀ। ਦਾਤਾਰ ਕਹਿੰਦੇ ਸਭ ਤੋਂ ਪਹਿਲਾਂ ਜੀਵਨ ਪਾਣੀ ਦੇ ਵਿੱਚ ਹੈ। ਤੇ ਮੈਂ ਅੰਨ ਛੱਡ ਦਿੱਤਾ, ਰਿਜ਼ਕ ਛੱਡ ਦਿੱਤਾ ਵੀ ਮੈਂ ਨਹੀਂ ਰੋਟੀ ਖਾਣੀ, ਇਹ ਤੇ ਸੂਤਕ ਵਾਲਾ ਘਰ ਹੈ। ਗੁਰੂ ਸਾਹਿਬ ਕਹਿੰਦੇ ਜੇ ਪਾਣੀ ਪੀ ਲਿਆ ਘਰ ਦੇ ਵਿੱਚ, ਆਪਣੇ ਘਰ ਦੇ ਵਿੱਚ ਜਾ ਕੇ ਵੀ, ਤੇ ਭਾਈ ਤੁਸੀਂ ਸੂਤਕ ਵਾਲੇ ਘਰ ਦੇ ਵਿੱਚ ਬੈਠੇ ਹੋ, ਭਾਵੇਂ ਲੋਕਾਂ ਦੇ ਘਰ 'ਚ ਨਹੀਂ ਬੈਠੇ, ਸਾਡੇ ਆਪਣੇ ਘਰ ਦੇ ਵਿੱਚ ਸੂਤਕ ਚੱਲਦਾ ਪਿਆ, ਸਾਡੇ ਆਪਣੇ ਘਰ 'ਚ ਹੀ ਪਤਕ ਚੱਲਦਾ ਪਿਆ। ਕਿਹੜੇ ਵਹਿਮ ਦੀਆਂ ਗੱਲਾਂ ਕਰੀ ਜਾਂਦੇ ਆ? ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਗੁਰੂ ਸਾਹਿਬ ਕਹਿੰਦੇ ਸੂਤਕ ਕਿਉਂ ਕਰ ਰੱਖੀ ਹੈ? ਉਹ ਭਾਈ ਕਿੰਨਾ ਕੁ ਪਰਹੇਜ਼ ਕਰ ਲਾਂਗੇ ਸੂਤਕ ਤੋਂ। ਇਸ ਕਰਕੇ ਮੈਂ ਬੇਨਤੀ ਕਰ ਦੇਵਾਂ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਮਾਰਗ ਮੈਂ ਮਨਮੁਖ ਥਕਤ ਹੋਏ, ਲਗਨ ਸਗਨ ਕੈਸੇ ਮਾਨੀਏ। ਲਗਨ ਸਗਨ ਮਾਨੈ ਕੈਸੇ ਮਾਨੀਏ। ਕਹਿੰਦੇ ਜਿਹੜਾ ਗੁਰਮੁਖਾਂ ਦਾ ਰਸਤਾ ਹੁੰਦਾ ਨਾ, ਮਨਮੁਖ ਬੰਦੇ ਥੱਕ ਜਾਂਦੇ ਨੇ ਤੇ ਚੱਲਦੇ। ਕਿਉਂ? ਕਿਉਂਕਿ ਉਹਨਾਂ ਵਿਚਾਰਿਆਂ ਨੇ ਸਗਨਾ ਪਸ਼ਗਨਾ ਦੀ ਵਿਚਾਰ ਕਰਨੀ ਹੁੰਦੀ ਹੈ, ਉਹਨਾਂ ਚੰਗਿਆਂ ਮਾੜਿਆਂ ਦੀ ਵਿਚਾਰ ਕਰਨੀ ਹੁੰਦੀ ਵੀ ਉਹ ਦੱਸੋ ਵੀ ਦਿਨ ਕਿਹੜਾ ਚੰਗਾ ਤੇ ਦਿਨ ਕਿਹੜਾ ਮਾੜਾ। ਇੱਧਰ ਇਹੋ ਜਿਹਾ ਕੋਈ ਵਹਿਮ ਹੀ ਨਹੀਂ। ਤੇ ਹੁਣ ਜਿੰਨੇ ਇੰਨੇ ਸਾਲ ਲਾਏ ਹੁੰਦੇ, ਉਹਨੂੰ ਲੱਗਦਾ ਵੀ ਭਾਈ ਅਸੀਂ ਹਨੇਰੇ 'ਚ ਹੀ ਲਾਤੇ ਨੇ। ਇਸ ਕਰਕੇ ਉਹਨਾਂ ਨੂੰ ਗੁੱਸਾ ਵੀ ਲੱਗਦਾ, ਕਈ ਛੱਡ ਕੇ ਵੀ ਚੱਲ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਬੋਲਦੇ ਨੇ ਇਸ ਗੱਲ ਨੂੰ, ਕਹਿੰਦੇ ਥੱਕ ਜਾਂਦੇ ਨੇ। ਪਰ ਇਹਨੂੰ ਸੋਚ ਕੇ ਵੇਖੋ, ਮਹਾਰਾਜ ਕਹਿੰਦੇ ਜੇ ਅਸੀਂ ਕੋਸ਼ਿਸ਼ ਵੀ ਕਰਕੇ ਬੈਠ ਜਾਈਏ ਵੀ ਸੂਤਕ ਨੂੰ ਮੰਨਣਾ ਹੀ ਮੰਨਣਾ ਹੈ, ਤਾਂ ਗੁਰੂ ਸਾਹਿਬ ਕਹਿੰਦੇ ਸੂਤਕ ਕਿਉਂ ਕਰ ਰੱਖੀਏ, ਕਿੰਨਾ ਕੁ ਪਰਹੇਜ਼ ਕਰ ਲਵਾਂਗੇ। ਸੂਤਕ ਪਰੈ ਰਸੋਏ, ਸੂਤਕ ਤੇ ਸਾਡੀ ਰਸੋਈ ਤੱਕ ਪਹੁੰਚ ਗਿਆ ਹੈ। ਮੈਂ ਬੇਨਤੀ ਕੀਤੀ ਹੈ ਨਾ ਪਹਿਲਾਂ, ਜਦੋਂ ਅਸੀਂ ਕਿਸੇ ਅੰਨ ਨੂੰ ਖਾ ਰਹੇ ਹਾਂ ਤੇ ਉਹ ਜਿਹੜਾ ਅੰਨ ਪਹਿਲਾਂ ਪਹੁੰਚਿਆ ਹੋਇਆ, ਵੇਖੋ ਕਿਹੜੇ ਪ੍ਰੋਸੈਸ ਦੇ ਵਿੱਚੋਂ ਹੋ ਕੇ ਨਿਕਲਿਆ ਹੈ। ਕਿੰਨੀ ਵਾਰ ਉਹਨੂੰ ਚੱਕੀ ਦੇ ਵਿੱਚੋਂ ਕੱਢਿਆ ਗਿਆ ਹੈ, ਕਿੰਨੀ ਵਾਰ ਉਹਨੂੰ ਰੋਲ ਕੀਤਾ ਗਿਆ ਹੈ। ਇਹ ਸਾਰਾ ਕੁਝ ਕਿੱਥੋਂ ਹੋ ਰਿਹਾ? ਪਹਿਲਾਂ ਤਾਂ ਉਹਦੇ ਵਿੱਚ ਜੀਵਨ ਹੈ, ਸਾਡੇ ਨਾਲ ਹੀ ਵਾਪਰਦੀ ਗੱਲ ਹੈ। ਮੈਂ ਬੇਨਤੀ ਦੁਹਰਾ ਰਿਹਾ ਹਾਂ ਕਿ ਵੇਖੋ ਘਾਹ ਦਾ ਇੱਕ ਛੋਟਾ ਜਿਹਾ ਤਿਣਕਾ ਜ਼ਮੀਨ ਦੇ ਵਿੱਚ ਲੱਗਾ ਤੇ ਵੱਡਾ ਹੋਈ ਜਾਂਦਾ। ਉਹ ਵੱਡਾ ਤਾਂ ਹੀ ਹੁੰਦਾ ਕਿਉਂਕਿ ਉਹਦੇ ਵਿੱਚ ਜੀਵਨ ਹੈ। ਜਿਹਦੇ ਵਿੱਚ ਜੀਵਨ ਨਹੀਂ, ਉਹ ਵੱਧਦਾ ਨਹੀਂ ਹੈ, ਉਹ ਅੱਗੇ ਵਿਕਾਸ ਨਹੀਂ ਕਰਦਾ। ਦਾਤਾਰ ਕਹਿੰਦੇ ਸੂਤਕ ਪਵੈ ਰਸੋਏ, ਘਰ ਦੀ ਰਸੋਈ ਦੇ ਵਿੱਚ ਕਿਹੜੀ ਚੀਜ਼ ਹੈ ਜਿਹਦੇ ਵਿੱਚ ਸੂਤਕ ਨਹੀਂ ਹੈ?
ਤੇ ਜਿਹੜੀ ਚੀਜ਼ ਅੱਗ ਦੇ ਉੱਤੇ ਆ ਗਈ ਅੱਗੇ ਸਾੜ ਕੇ ਪਰੇ ਕਰ ਦਿੰਦੀ ਹੈ, ਕਿਹੜੀ ਚੀਜ਼ ਦੇ ਵਿੱਚ ਪਾਤਕ ਨਹੀਂ ਹੈ? ਕਿੰਨਾ ਕੁ ਚਿਰ ਖਾਣ ਪੀਣ ਛੱਡ ਦੇਵਾਂਗੇ? ਇੱਕ ਦਿਨ ਨਹੀਂ ਖਾਵਾਂਗੇ, 2 ਦਿਨ ਨਹੀਂ ਖਾਵਾਂਗੇ, ਸਾਰੀ ਜ਼ਿੰਦਗੀ ਛੱਡ ਦੇਵਾਂਗੇ? ਤੇ ਫਿਰ ਗੱਲ ਉੱਥੇ ਆਵੇਗੀ, ਜਿਹਨੇ ਪਾਣੀ ਪੀ ਲਿਆ ਉਹ ਕੋਈ ਕਹਿ ਹੀ ਨਹੀਂ ਸਕਦਾ ਵੀ ਮੈਂ ਸੂਤਕ ਤੋਂ ਪਾਰ ਹੋ ਗਿਆ ਹਾਂ। ਹਜ਼ੂਰ ਕਹਿੰਦੇ ਸੂਤਕ ਕਿਉਂ ਕਰ ਰੱਖੀ ਹੈ? ਸੂਤਕ ਪਵੈ ਰਸੋਏ। ਭਾਈ ਸਾਡੀ ਹਰ ਰਸੋਈ ਦੇ ਵਿੱਚ ਵੀ ਸੂਤਕ ਹੈ। ਨਾਨਕ ਸੂਤਕ ਏਵ ਨਾ ਉਤਰੈ। ਮਹਾਰਾਜ ਕਹਿੰਦੇ ਵੀ ਇਹ ਸੂਤਕ ਜਿਹੜਾ ਨਾ ਇਹ ਐਦਾਂ ਨਹੀਂ ਉਤਰਦਾ ਵੀ ਅਸੀਂ 10 ਦਿਨ ਰੋਟੀ ਛੱਡ ਦਈਏ, 13 ਦਿਨ ਰੋਟੀ ਨਹੀਂ ਖਾਂਦੀ ਉਸ ਘਰ ਦੇ ਵਿੱਚੋਂ ਖਾਂਦੇ ਤੇ ਸੂਤਕ ਉਤਰ ਗਿਆ ਤੇ ਫਿਰ ਆਪਾਂ ਜਾ ਕੇ ਖਾ ਲਵਾਂਗੇ। ਨਾਨਕ ਸੂਤਕ ਏਵ ਨਾ ਉਤਰੈ। ਇਹ ਸੂਤਕ ਐਦਾਂ ਨਹੀਂ ਉਤਰਦਾ ਵੀ ਜਿਹੜੀ ਜਨਮ ਦੇ ਨਾਲ ਮੰਨ ਲਿਆ ਵੀ ਅਪਵਿੱਤਰ ਹੋ ਗਿਆ ਹੈ ਘਰ ਤੇ ਇਹਨੂੰ 13 ਦਿਨਾਂ ਬਾਅਦ ਰੋਟੀ ਖਾ ਲਾਂਗੇ, 10 ਦਿਨਾਂ ਬਾਅਦ ਖਾ ਲਾਂਗੇ। ਗੁਰੂ ਸਾਹਿਬ ਕਹਿੰਦੇ ਐਦਾਂ ਨਹੀਂ ਉਤਰਦਾ ਸੂਤਕ। ਫਿਰ ਕਿੱਦਾਂ ਉਤਰਦਾ ਹੈ? ਗਿਆਨ ਉਤਾਰੇ ਧੋਏ। ਇਸ ਸੂਤਕ ਨੂੰ ਕੇਵਲ ਤੇ ਕੇਵਲ ਗੁਰੂ ਦੀ ਸਮਝ ਹੀ ਉਤਾਰ ਸਕਦੀ ਹੈ ਤੇ ਵਹਿਮ ਹੀ ਹੈ ਨਾ। ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, ਵਹਿਮੀ ਨੂੰ ਲੱਗਦਾ ਵੀ ਸੂਤਕ ਬੜੀ ਵੱਡੀ ਚੀਜ਼ ਹੈ, ਜਿਹਨੂੰ ਵਹਿਮ ਨਹੀਂ ਉਹਨੂੰ ਕੁਝ ਵੀ ਨਹੀਂ ਲੱਗਦਾ ਪਿਆ। ਜਿਨ੍ਹਾਂ ਘਰਾਂ ਦੇ ਵਿੱਚ ਹੁੰਦਾ ਹੈ ਤੁਸੀਂ ਉਹਨਾਂ ਘਰਾਂ ਦਾ ਵੇਖਿਓ ਕੀ ਹਿਸਾਬ ਕਿਤਾਬ ਹੁੰਦਾ ਹੈ, ਤੇ ਦੂਸਰੇ ਜਿਨ੍ਹਾਂ ਘਰਾਂ ਦੇ ਵਿੱਚ ਨਹੀਂ ਹੈ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਮਹਾਰਾਜ ਕਹਿੰਦੇ ਸਮਝ ਹੋਵੇ, ਗੁਰੂ ਦੀ ਮੱਤ ਹੋਵੇ ਤੇ ਆਹ ਸੂਤਕ ਦਾ ਵਹਿਮ ਦੂਰ ਹੋ ਜਾਂਦਾ ਨੇ ਤੇ ਲੋਕੀ ਮੰਨੀ ਜਾਂਦੇ ਨੇ। ਲੋਕੀ ਸੁਣਨ ਤੋਂ ਬਾਅਦ ਵੀ ਮੰਨ ਲੈਂਦੇ ਨੇ, ਇਹ 'ਚ ਕਿਹੜੀ ਗੱਲ? ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੈ ਧੋਏ। ਗੁਰੂ ਸਾਹਿਬ ਕਹਿੰਦੇ ਜਿਹਨੂੰ ਤੁਸੀਂ ਸੂਤਕ ਕਹਿੰਦੇ ਜੇ ਨਾ ਵੀ ਭਾਈ ਆਹ ਘਰ ਜਨਮ ਦੇ ਨਾਲ ਅਪਵਿੱਤਰ ਹੋ ਗਿਆ, ਆਹ ਘਰ ਮੌਤ ਦੇ ਨਾਲ ਅਪਵਿੱਤਰ ਹੋ ਗਿਆ, ਪਾਤਕ, ਜਿਹਨੂੰ ਤੁਸੀਂ ਸੂਤਕ ਕਹਿੰਦੇ ਇਹ ਅਸਲ ਦੇ ਵਿੱਚ ਸੂਤਕ ਨਹੀਂ ਹੈ। ਪਰ ਇੱਕ ਸੂਤਕ ਹੈ ਜਿਹੜਾ ਸਾਨੂੰ ਚੰਬੜ ਜਾਂਦਾ ਹੈ। ਉਹ ਅਪਵਿੱਤਰਤਾ ਸਾਡੇ ਸਰੀਰ ਦੇ ਨਾਲ ਨਹੀਂ ਹੁੰਦੀ, ਕੁਝ ਸਾਡੀ ਮਨ ਦੇ ਨਾਲ ਅਪਵਿੱਤਰਤਾ ਹੈ। ਅਪਵਿੱਤਰਤਾ ਇਕੱਠੀ ਕਰਦੇ ਹਾਂ ਆਪਾਂ। ਸਮਝ ਲਓ ਵੀ ਸਾਡਾ ਕੀ ਕੀ ਅਪਵਿੱਤਰ ਹੋਈ ਗਿਆ। ਵੈਸੇ ਪਾਤਕ ਦਾ ਅਰਥ ਹੁੰਦਾ ਹੈ ਪਾਪ ਕਰਮ। 3 ਤਰੀਕਿਆਂ ਦੇ ਪਾਤਕ ਜਿਹੜੇ ਨੇ ਸਾਡੇ ਹਿੱਸੇ ਦੇ ਵਿੱਚ ਆਉਂਦੇ ਨੇ। ਇੱਕ ਹੁੰਦੇ ਨੇ ਸਾਡੇ ਸਰੀਰ ਦੇ ਨਾਲ ਸੰਬੰਧਿਤ, ਮੰਨ ਲਓ ਹਿੰਸਾ ਕਰ ਦਿੱਤੀ, ਕਿਸੇ ਨੂੰ ਮਾਰ ਦਿੱਤਾ, ਇਹ ਬੜਾ ਵੱਡਾ ਪਾਤਕ ਮੰਨਿਆ ਜਾਂਦਾ ਹੈ। ਇੱਕ ਹੁੰਦੀ ਹੈ ਸਾਡੀ ਬਾਣੀ ਦੀ ਹਿੰਸਾ, ਬੋਲੀ ਦੀ ਹਿੰਸਾ, ਨਿੰਦਾ ਕਰੀ ਜਾਣੀ, ਫਜ਼ੂਲ ਦੇ ਵਿੱਚ ਬੈਸੀ ਜਾਣਾ ਕਿਸੇ ਦੇ ਨਾਲ, ਕਿਸੇ ਨੂੰ ਬੁਰਾ ਬੋਲੀ ਜਾਣਾ, ਇਹ ਹੁੰਦੀ ਹੈ ਜ਼ੁਬਾਨ ਦਾ ਪਾਤਕ, ਜ਼ੁਬਾਨ ਦੀ ਹਿੰਸਾ। ਇੱਕ ਹੁੰਦੀ ਹੈ ਮਨ ਦੇ ਵਿੱਚ ਹੀ ਸੋਚੀ ਜਾਣਾ ਵੀ ਉਹਦਾ ਨੁਕਸਾਨ ਹੋ ਜਾਵੇ, ਉਹਦਾ ਬੁਰਾ ਹੋ ਜਾਵੇ, ਇਹ ਹੁੰਦੀ ਹੈ ਮਨ ਦਾ ਸੂਤਕ ਜਿਹੜਾ ਮਨ ਨੂੰ ਲੱਗਾ ਹੋਇਆ ਹੈ। ਮੈਂ ਕਿਸੇ ਦੇ ਬਾਰੇ ਸੋਚੀ ਜਾਵਾਂ ਵੀ ਇਹਦਾ ਉਹ ਹੋ ਜਾਵੇ, ਉਹਦਾ ਉਹ ਹੋ ਜਾਵੇ, ਉਹਨੂੰ ਕੀ ਹੋ ਰਿਹਾ ਪਰ ਮੈਨੂੰ ਤੇ ਹੋ ਰਿਹਾ ਨਾ। ਇਸ ਕਰਕੇ ਮਹਾਰਾਜ ਨੇ ਇਸ ਗੱਲ ਨੂੰ ਬੋਲਿਆ, ਭਾਈ ਕੁਝ ਸੂਤਕ ਸਾਨੂੰ ਚੰਬੜੇ ਪਏ ਨੇ। ਕਿਹੜੇ ਨੇ? ਮਹਿਲਾ ਪਹਿਲਾ, ਇਹ ਉਦਾਂ ਦਾ ਸੂਤਕ ਨਹੀਂ ਹੈ ਜਿੱਦਾਂ ਦਾ ਲੋਕ ਮੰਨਦੇ ਨੇ। ਇਹ ਗੁਰੂ ਸਾਹਿਬ ਕਹਿੰਦੇ ਇਹ ਵੀ ਸਾਰਿਆਂ ਨੂੰ ਚੰਬੜਿਆ ਹੋਇਆ ਹੈ। ਮਨ ਕਾ ਸੂਤਕ ਲੋਭ ਹੈ। ਭਾਈ ਮਨ ਨੂੰ ਕਿਹੜੀ ਅਪਵਿੱਤਰਤਾ ਲੱਗੀ ਹੋਈ ਹੈ? ਮਨ ਨੂੰ ਕਿਹੜਾ ਸੂਤਕ ਲੱਗਾ ਹੋਇਆ ਹੈ? ਲੋਭ ਦਾ, ਲਾਲਚ। ਜੇ ਮਨ ਲਾਲਚੀ ਹੈ ਤੇ ਸਮਝ ਲਓ ਮਨ ਸੂਤਕ ਦੇ ਵਿੱਚ ਹੈ, ਮਨ ਅਪਵਿੱਤਰ ਹੈ। ਜਿਹਵਾ ਸੂਤਕ ਕੂੜ, ਜਿਹਵਾ ਜ਼ੁਬਾਨ ਕੂੜ, ਝੂਠ। ਜੇ ਜ਼ੁਬਾਨ ਨੂੰ ਝੂਠ ਬੋਲਣ ਦੀ ਆਦਤ ਹੈ ਵੀ ਹਰ ਗੱਲ ਦੇ ਉੱਤੇ ਝੂਠ ਬੋਲ ਦਿੰਦੀ ਹੈ, ਵਾਰ-ਵਾਰ ਝੂਠ ਬੋਲ ਦਿੰਦੀ ਹੈ, ਤਾਂ ਗੁਰੂ ਸਾਹਿਬ ਕਹਿੰਦੇ ਸਮਝ ਲਓ ਜ਼ੁਬਾਨ ਨੂੰ ਸੂਤਕ ਲੱਗਾ ਹੋਇਆ ਹੈ, ਜ਼ੁਬਾਨ ਅਪਵਿੱਤਰ ਹੈ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ। ਪਰ ਤ੍ਰੇ ਪਰ ਤਨ ਰੂਪ। ਪਰ ਤ੍ਰੇ ਦਾ ਮਤਲਬ ਪਰਾਈ ਇਸਤਰੀ, ਪਰ ਧਨ ਦਾ ਮਤਲਬ ਪਰਾਇਆ ਧਨ, ਪਰਾਈ ਜਾਇਦਾਦ। ਹਾਏ ਇਹ ਕੁਝ ਮੇਰਾ ਹੋ ਜਾਵੇ। ਸਤਿਗੁਰੂ ਕਹਿੰਦੇ ਸਮਝ ਲਓ ਅੱਖਾਂ ਨੂੰ ਬਿਮਾਰੀ ਲੱਗੀ ਹੋਈ ਹੈ, ਅੱਖਾਂ ਨੂੰ ਅਪਵਿੱਤਰਤਾ ਲੱਗੀ ਹੋਈ ਹੈ, ਜਿਹੜੇ ਇਸ ਪਾਸੇ ਵੱਲ ਧਿਆਨ ਜਾਂਦਾ ਹੈ ਵਾਰ-ਵਾਰ। ਜਿੱਦਾਂ ਮਨ ਦੀ ਆਪਣੀ ਮੈਲ ਹੈ, ਜ਼ੁਬਾਨ ਦੀ ਆਪਣੀ ਮੈਲ ਹੈ, ਇਦਾਂ ਅੱਖਾਂ ਦੀ ਆਪਣੀ ਮੈਲ ਹੈ। ਅੱਖੀ ਸੂਤਕ ਵੇਖਣਾ, ਅੱਖਾਂ ਦੀ ਅਪਵਿੱਤਰਤਾ ਕੀ ਹੈ? ਦਿਖਦਾ ਤੇ ਸਾਰਾ ਕੁਝ ਹੀ ਪਿਆ ਹੈ। ਵੇਖਣਾ ਹੈ ਵੀ ਪਵਿੱਤਰਤਾ ਦੇ ਨਾਲ ਵੇਖਦੇ ਪਏ ਹਾਂ ਕਿ ਅਪਵਿੱਤਰਤਾ ਦੇ ਨਾਲ ਵੇਖਦੇ ਪਏ ਹਾਂ। ਔਰ ਸਾਨੂੰ ਵੀ ਸਾਰਿਆਂ ਨੂੰ ਪਤਾ ਹੈ, ਬੰਦੇ ਦੀਆਂ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਬੰਦਾ ਕਿਹੜੀ ਨੀਤ ਨਾਲ ਵੇਖਦਾ ਪਿਆ। ਇਹ ਸਾਰਿਆਂ ਨੂੰ ਪਤਾ ਹੁੰਦਾ, ਕੋਈ ਬੱਚਾ ਨਹੀਂ ਹੁੰਦਾ ਇਸ ਚੀਜ਼ ਤੋਂ। ਅੱਖੀ ਸੂਤਕ ਵੇਖਣਾ, ਪਰ ਤ੍ਰੇ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾ ਇਤਬਾਰੀ ਖਾਹੇ। ਕੰਨ ਨੂੰ ਫਿਰ ਕਾਦੀ ਅਪਵਿੱਤਰਤਾ ਲੱਗੀ ਹੋਈ ਹੈ? ਲਾ ਇਤਬਾਰ ਪਾਠ ਨਹੀਂ ਹੈ, ਪਾਠ ਹੈ ਲਾ ਇਤਬਾਰ। ਜਿੱਦਾਂ ਆਪਾਂ ਸ਼ਬਦ ਪੜ੍ਹਦੇ ਹਾਂ ਲਾ ਇਲਾਜ, ਮਤਲਬ ਜਿਹਦਾ ਇਲਾਜ ਨਹੀਂ। ਇਤਬਾਰ ਦਾ ਮਤਲਬ ਹੁੰਦਾ ਯਕੀਨ। ਕੰਨ ਜਿਹੜੇ ਨੇ ਬਸ ਸੁਣੀ ਸੁਣਾਈ ਗੱਲ ਦੇ ਉੱਤੇ ਯਕੀਨ ਕਰ ਲੈਂਦੇ ਨੇ। ਕੰਨ ਜਿਹੜੇ ਨੇ ਉਹਨਾਂ ਦਾ ਧਿਆਨ ਇਹ ਆ ਵੀ ਲੋਕਾਂ ਦੀਆਂ ਗੱਲਾਂ ਕਿੱਦਾਂ ਮੇਰੇ ਕੰਨ ਦੇ ਵਿੱਚ ਪੈਣ। ਕੰਨਾਂ ਨੂੰ ਸਤਿਗੁਰੂ ਕਹਿੰਦੇ ਅਪਵਿੱਤਰਤਾ ਲੱਗੀ ਹੋਈ ਹੈ। ਕਦੋਂ? ਜਦੋਂ ਕੰਨ ਪੈ ਲਾ ਇਤਬਾਰੀ ਖਾਹੇ। ਜਦੋਂ ਕੰਨ ਬਸ ਜਿਹੜੇ ਨੇ ਨਾ ਉਹ ਇਦਾਂ ਸਮਝ ਲਓ ਵੀ ਬੇਯਕੀਨੀ ਦੀਆਂ ਗੱਲਾਂ ਦੇ ਉੱਤੇ ਯਕੀਨ ਕਰ ਲੈਂਦੇ ਨੇ।
ਜਦੋਂ ਕੰਨ ਹਰ ਇੱਕ ਗੱਲ ਦੇ ਸੁਣਨ ਦੇ ਚਸਕੇ ਦੇ ਵਿੱਚ ਨੇ ਵੀ ਮੈਨੂੰ ਗੱਲ ਪਤਾ ਲੱਗੇ, ਸਮਝ ਲਓ ਕੰਨਾਂ ਨੂੰ ਅਪਵਿੱਤਰਤਾ ਲੱਗੀ ਹੋਈ ਹੈ। ਆਹ ਸੂਤਕ ਹੈ। ਕੰਨੀ ਸੂਤਕ ਕੰਨ ਪੈ, ਲਾ ਇਤਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ। ਫਿਰ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਬੰਦਿਆਂ ਨੂੰ, ਜਿਨ੍ਹਾਂ ਦੇ ਮਨ ਨੂੰ ਲੋਭ ਦਾ ਸੂਤਕ ਹੈ, ਜਿਨ੍ਹਾਂ ਦੀ ਜ਼ੁਬਾਨ ਨੂੰ ਝੂਠ ਬੋਲਣ ਦੀ ਆਦਤ ਹੈ, ਜਿਨ੍ਹਾਂ ਦੀਆਂ ਅੱਖਾਂ ਨੂੰ ਹਰ ਵੇਲੇ ਬੁਰਾ ਹੀ ਵੇਖਣ ਦੀ ਵਾਦੀ ਹੈ, ਜਾਂ ਇਦਾਂ ਕਹਿ ਲਈਏ ਪਰਾਇਆ ਧਾਨੀ ਵੇਖਣ ਦੀ ਆਦਤ ਹੈ, ਜਿਨ੍ਹਾਂ ਦੇ ਕੰਨਾਂ ਨੂੰ ਸਿਰਫ ਮਾੜੀਆਂ ਗੱਲਾਂ ਸੁਣਨ ਦੀ ਹੀ ਆਦਤ ਹੈ, ਵੀ ਝੂਠੀਆਂ ਗੱਲਾਂ ਸੁਣੀ ਜਾਓ, ਤਾਂ ਤਾਰ ਕਹਿੰਦੇ ਭਾਵੇਂ ਹੰਸ ਵਰਗੇ ਵੀ ਹੋਣ ਨਾ, ਕਿੰਨੇ ਵੀ ਸੋਹਣੇ ਲੱਗਦੇ ਹੋਣ, ਨਾਨਕ ਹੰਸਾ ਆਦਮੀ, ਹੰਸ ਵਰਗੇ ਆਦਮੀ ਕਿੰਨੇ ਵੀ ਸੋਹਣੇ ਹੋਣ, ਪਰ ਕੀ ਹੈ, ਬੱਧੇ ਜੰਮਪੁਰ ਜਾਹੇ। ਮਹਾਰਾਜ ਕਹਿੰਦੇ ਬੰਨ ਕੇ ਤੋਰ ਲੈ ਜਾਂਦੇ ਨੇ ਰੱਬ ਦੇ ਘਰ ਦੇ ਵੱਲ ਨੂੰ, ਵੇਖਣ ਨੂੰ ਭਾਵੇਂ ਜਿੰਨੇ ਮਰਜ਼ੀ ਸੋਹਣੇ ਲੱਗਦੇ ਹੋਣ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ। ਫਿਰ ਅਗਲੀ ਗੱਲ ਗੁਰੂ ਸਾਹਿਬ ਨੇ ਪਹਿਲੇ ਵਾਲਿਆਂ ਦੀ ਕਰ ਦਿੱਤੀ ਹੈ, ਜਿਨ੍ਹਾਂ ਨੂੰ ਇੰਜ ਲੱਗਦਾ ਵੀ ਜਨਮ ਦੇ ਨਾਲ ਸੂਤਕ ਹੁੰਦਾ ਤੇ ਮੌਤ ਦੇ ਨਾਲ ਸੂਤਕ ਹੁੰਦਾ। ਮਹਾਰਾਜ ਕਹਿੰਦੇ ਭਾਈ ਜਨਮ ਦੇ ਨਾਲ ਤੇ ਸੂਤਕ ਨਹੀਂ, ਮੌਤ ਦੇ ਨਾਲ ਤੇ ਸੂਤਕ ਨਹੀਂ, ਪਰ ਇਹਨੂੰ ਸੋਚੋ ਸਭੋ ਸੂਤਕ ਭਰਮ ਹੈ। ਤੋ ਭਾਈ ਜਿੰਨਾ ਸੂਤਕ ਹੈ ਨਾ, ਇਹਦਾ ਜਿੰਨਾ ਵੀ ਵਹਿਮ ਅਸੀਂ ਲੈ ਕੇ ਚੱਲਦੇ ਪਏ ਹਾਂ ਸਿਰਫ ਭਰਮ ਹੈ, ਵਹਿਮ ਹੈ ਸਾਡਾ, ਇਹਦੇ ਤੋਂ ਉੱਤੇ ਕੁਝ ਵੀ ਨਹੀਂ ਹੈ। ਹੁਣ ਵਹਿਮ ਦਾ ਇਹੀ ਗੱਲ ਹੈ, ਇੱਕ ਆਮ ਜੀ ਗੱਲ ਬੋਲੀ ਜਾਂਦੀ ਤੇ ਵਹਿਮ ਦਾ ਇਲਾਜ ਨਹੀਂ। ਤੁਸੀਂ ਮੰਨ ਲਿਆ ਤੇ ਵਹਿਮ ਹੈ, ਤੁਸੀਂ ਮੰਨ ਲਿਆ ਤੇ ਨਹੀਂ ਵਹਿਮ ਹੈ। ਬਾਬਾ ਰਵਿਦਾਸ ਇਹਨੂੰ ਇਦਾਂ ਕਹਿੰਦੇ ਨੇ ਨਾ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਕਿਤੇ ਹਨੇਰਾ ਸੀ ਤੇ ਹਨੇਰੇ ਦੇ ਵਿੱਚ ਇੱਕ ਰੱਸੀ ਡਿੱਗੀ ਹੋਈ ਸੀ ਤੇ ਕਿਸੇ ਦਾ ਪੈਰ ਲੱਗ ਗਿਆ ਤੇ ਉਹਨੂੰ ਲੱਗਾ ਵੀ ਸ਼ਾਇਦ ਸੱਪ ਹੈ। ਹੁਣ ਹੈ ਤੇ ਰੱਸੀ ਹੈ, ਮੰਨਣ ਵਾਲਾ ਸੱਪ ਮੰਨੀ ਜਾਵੇ ਤੇ ਉਹਨੂੰ ਅਸੀਂ ਕੀ ਕਹਿ ਸਕਦੇ ਵੀ ਨਹੀਂ ਹੈ ਤੇ ਰੱਸੀ ਹੈ ਪਰ ਮੈਂ ਇਹਨੂੰ ਸੱਪ ਮੰਨਦਾ ਹਾਂ। ਮਹਾਰਾਜ ਕਹਿੰਦੇ ਮੰਨੀ ਜਾਓ, ਮੰਨਣ ਦੇ ਨਾਲ ਕੀ ਹੁੰਦਾ ਹੈ। ਮੈਂ ਜਿਹੜੇ ਵਹਿਮ ਨੂੰ ਮੰਨ ਕੇ ਬੈਠ ਗਿਆ ਵੀ ਨਹੀਂ ਜੀ ਸਾਡੇ ਤੇ ਘਰ ਦੇ ਵਿੱਚ ਚੱਲਦਾ ਆਉਂਦਾ ਹੈ, ਤੇ ਫਿਰ ਕਰੀ ਜਾਈਏ, ਕੀ ਫਰਕ ਪੈਂਦਾ। ਗੱਲ ਤੇ ਇਹ ਹੈ, ਮਹਾਰਾਜ ਨੇ ਕੀ ਕਹਿ ਦਿੱਤਾ ਵੀ ਸਭੋ ਸੂਤਕ ਭਰਮ ਹੈ, ਉਹ ਭਾਈ ਵਹਿਮ ਹੈ, ਤੇ ਵਹਿਮ ਦੇ ਵਿੱਚੋਂ ਜਿੱਦਣ ਨਿਕਲ ਗਏ ਉਦਣ ਹੀ ਚੜ੍ਹਦੀ ਕਲਾ ਹੈ। ਨਹੀਂ ਤੇ ਮੰਨੀ ਜਾਂਦੇ ਹਾਂ ਵੀ ਕੋਈ ਨਹੀਂ ਸਾਡੇ ਵੱਡੇ ਕਰਦੇ ਸੀ ਅਸੀਂ ਵੀ ਕਰੀ ਜਾਈਏ, ਇਹ ਉਦੋਂ ਨਿਕਲਣਾ ਹੁੰਦਾ ਹੈ। ਆਪਾਂ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਹਿੰਦੇ ਹੁੰਦੇ ਹਨ ਨਾ, ਗੱਲ ਇਹ ਨਹੀਂ ਹੁੰਦੀ ਵੀ ਕਦੋਂ ਸਾਨੂੰ ਸਮਝ ਆਈ। ਹੋ ਸਕਦਾ ਕੁਝ ਗੱਲਾਂ ਜ਼ਿੰਦਗੀ ਦੇ ਅੰਤਲੇ ਸਮੇਂ ਦੇ ਵਿੱਚ ਸਮਝ ਆਉਣ ਤੋਂ ਕੁਝ ਪਹਿਲੀ ਵਾਰੀ ਸਮਝ ਆ ਜਾਣ। ਜਦੋਂ ਸਮਝ ਆਈਆਂ ਨੇ ਕਿ ਉਦੋਂ ਅਸੀਂ ਉਹਨਾਂ ਗੱਲਾਂ ਨੂੰ ਮੰਨਣ ਦੇ ਲਈ ਤਿਆਰ ਹੋ ਜਾਂਦੇ ਹਾਂ। ਇੱਕ ਜਿਹੜੀ ਆਪਾਂ ਗੱਲ ਮੈਂ ਵਾਰ-ਵਾਰ ਕਰਦਾ ਹੁੰਨਾ ਵੀ ਵੇਖੋ ਹਰਿਦੁਆਰ ਦੇ ਵਿੱਚ ਮਹਾਰਾਜ ਇਕੱਲੇ ਨੇ ਜਿਹੜੇ ਕਹਿੰਦੇ ਵੀ ਸੂਰਜ ਨੂੰ ਪਾਣੀ ਨਹੀਂ ਦੇਣਾ, ਸੀ ਦੂਸਰੇ ਪਾਸੇ ਨੂੰ ਤੁਰ ਪਏ। ਕਿਉਂ? ਹੁਣ ਗੁਰੂ ਸਾਹਿਬ ਨੂੰ ਉੱਥੇ ਕਹਿਣ ਵਾਲੇ ਹੁੰਦੇ ਵੀ ਲੈ ਮਹਾਰਾਜ ਇੰਨੀ ਦੁਨੀਆ ਉਧਰ ਦੇ ਪਾਣੀ ਸੁੱਟੀ ਜਾਂਦੀ ਹੈ, ਵੀ ਕੋਈ ਗਲਤ ਥੋੜਾ ਹੋਵੇਗੀ। ਜਿੱਥੇ ਗਲਤ ਹੈ ਉੱਥੇ 1000 ਜਾਣਾ ਵੀ ਗਲਤ ਹੋ ਸਕਦਾ ਹੈ, ਜਿੱਥੇ ਸਹੀ ਹੈ ਉੱਥੇ ਇੱਕ ਜਾਣਾ ਵੀ ਸਹੀ ਹੋ ਸਕਦਾ ਹੈ। ਮਤਲਬ ਇਹ ਨਹੀਂ ਵੀ 100 ਜਾਣੇ ਕਰਦੇ ਤੇ ਸਹੀ ਹੋਣਗੇ ਤੇ ਇੱਕ ਜਾਣਾ ਕਰਦਾ ਪਿਆ ਤੇ ਗਲਤ ਹੋਵੇਗਾ। ਭਾਈ ਜਿਹੜੇ ਵਹਿਮ ਨੇ ਉਹਨੂੰ ਭਾਵੇਂ ਲੱਖ ਬੰਦੇ ਮੰਨਦੇ ਹੋਣ, ਉਹ ਵਹਿਮ ਤੇ ਵਹਿਮ ਹੀ ਹੈ। ਹੁਣ ਲੱਖਾਂ ਸਾਡੇ ਦੇਸ਼ ਦੇ ਵਿੱਚ ਇਦਾਂ ਦੇ ਨੇ ਜਿਹੜੇ ਕਹੀ ਜਾਂਦੇ ਨੇ ਵੀਰਵਾਰ ਬੜਾ ਵਧੀਆ ਤੇ ਵੀਰਵਾਰ ਬੜਾ ਮਾੜਾ ਤੇ ਬੁੱਧਵਾਰ ਬੜਾ ਵਧੀਆ। ਇਹਦਾ ਮਤਲਬ ਉਹਨਾਂ ਨੂੰ ਮੰਨ ਲਈਏ ਵੀ ਵੋਟਾਂ ਪਾ ਲੈਣ ਵੀ ਵੀਰਵਾਰ ਚੰਗਾ। ਹੋ ਸਕਦਾ ਜੇ ਕੱਲ ਨੂੰ ਵੋਟਾਂ ਪੈ ਜਾਣ ਵੀ ਵੀਰਵਾਰ ਜਿਹੜਾ ਹੈ ਉਹ ਮਾੜਾ ਹੈ ਤੇ ਬੁੱਧਵਾਰ ਚੰਗਾ ਹੈ, ਤੇ ਫਿਰ ਅਸੀਂ ਮੰਨਣਾ ਸ਼ੁਰੂ ਕਰ ਦੇਵਾਂਗੇ ਵੀ ਜ਼ਿਆਦਾ ਜਾਣਿਆਂ ਨੇ ਵੋਟ ਇਸ ਪਾਸੇ ਦੀ ਪਾਈ ਸੀ ਵੀ ਵੀਰਵਾਰ ਮਾੜਾ, ਤੇ ਇਸ ਕਰਕੇ ਜ਼ਿਆਦਾ ਵੋਟਾਂ ਉੱਧਰ ਨੇ ਤੇ ਵੀਰਵਾਰ ਮਾੜਾ ਹੋ ਗਿਆ। ਜ਼ਿਆਦਾ ਜਾਣੇ ਕਰਦੇ ਨੇ, ਅਗਿਆਨਤਾ ਕਰਦੇ ਪਏ ਨੇ, ਤੇ ਜ਼ਿਆਦਾ ਜਾਣੇ ਵੀ ਗਲਤ ਨੇ। ਇੱਕ ਜਾਣਾ ਕਰਦਾ ਪਿਆ ਸਹੀ ਕਰਦਾ ਪਿਆ ਤੇ ਇੱਕ ਜਾਣਾ ਵੀ ਠੀਕ ਹੈ। ਇਸ ਕਰਕੇ ਕਦੀ ਵੀ ਕਰਮ ਨੂੰ ਇਹ ਸੋਚ ਕੇ ਨਹੀਂ ਕਰਨਾ ਵੀ ਲੋਕੀ ਕਰਦੇ ਪਏ ਸੀ ਤੇ ਮੈਂ ਕਰ ਦਿੱਤਾ। ਉਹਨੂੰ ਪਹਿਲਾਂ ਆਪਣੇ ਵਿਵੇਕ ਦੇ ਉੱਤੇ ਵੀ ਭਾਈ ਮੈਂ ਕੀ ਕਰਨਾ ਹੈ। ਅਸਲ ਦੇ ਵਿੱਚ ਇਹ ਸਾਡੀ ਮੈਂਟੈਲਿਟੀ ਹੈ, ਇਹ ਪੜ੍ਹਿਆ ਜਾਂਦਾ ਹੈ, ਸਾਨੂੰ ਪੜ੍ਹਾਇਆ ਜਾਂਦਾ ਹੈ। ਜਿੱਧਰ ਜ਼ਿਆਦਾ ਲੋਕ ਜਾਂਦੇ ਨੇ ਮਨ ਆਪਣੇ ਆਪ ਹੀ ਉਧਰ ਝੁਕ ਜਾਂਦਾ ਹੈ। ਪਰ ਹੈ ਕੀ ਹੈ? ਸਭੋ ਸੂਤਕ ਭਰਮ ਹੈ। ਕੋਈ ਜਨਮ ਦੇ ਨਾਲ ਅਪਵਿੱਤਰਤਾ ਨਹੀਂ ਆਉਂਦੀ ਘਰ ਦੇ ਵਿੱਚ, ਕੋਈ ਮੌਤ ਦੇ ਨਾਲ ਘਰ ਅਪਵਿੱਤਰ ਨਹੀਂ ਹੁੰਦਾ। ਇਦਾਂ ਹੁੰਦਾ ਸੀ, ਮੈਂ ਵੇਖਿਆ ਹੈ ਕਈਆਂ ਪਰਿਵਾਰਾਂ ਦੇ ਵਿੱਚ ਕਿ ਉਹਨਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਬਣਦੀ। ਸ਼ਾਇਦ ਇੱਥੇ ਵੀ ਕੁਝ ਪਰਿਵਾਰ ਹੋਣਗੇ, ਸਾਡੇ ਘਰਾਂ ਦੇ ਵਿੱਚ ਬਣ ਜਾਂਦੀ ਹੈ, ਘਰ 'ਚ ਹੀ ਬਣਦੀ ਹੈ, ਕਈਆਂ ਘਰਾਂ ਦੇ ਵਿੱਚ ਨਹੀਂ ਬਣਦੀ। ਉਹਦਾ ਇੱਕ ਕਾਰਨ ਇਹ ਹੋ ਸਕਦਾ ਹੈ ਵੀ ਜਿਨ੍ਹਾਂ ਦੇ ਘਰ ਦੇ ਵਿੱਚੋਂ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਹੈ, ਘਰਦਿਆਂ ਨੂੰ ਇੱਦਾਂ ਵੀ ਇੱਕਦਮ ਸਦਮਾ ਇੰਨਾ ਜ਼ਿਆਦਾ ਲੱਗ ਗਿਆ, ਉਹ ਬਰਦਾਸ਼ਤ ਨਹੀਂ ਕਰ ਸਕੇ ਗੱਲ ਨੂੰ, ਤੇ ਉਹਨਾਂ ਨੂੰ ਕੰਮ ਕਰਨ ਦੀ ਹਿੰਮਤ ਚਾਹੀਦੀ ਹੈ। ਹੁਣ ਫਿਰ ਜਿਹੜੇ ਗੁਆਂਢੀ ਆਏ ਹੁੰਦੇ ਸੀ ਉਹ ਹੈਲਪ ਕਰ ਦਿੰਦੇ ਸੀ ਵੀ ਚਲੋ ਕੋਈ ਨਹੀਂ, ਤੁਹਾਡੇ ਰਿਸ਼ਤੇਦਾਰ ਆਉਣੇ ਨੇ, ਮਿੱਤਰ ਆਉਣੇ ਨੇ, ਸੰਬੰਧੀ ਆਉਣੇ ਨੇ, ਤੁਸੀਂ ਆਪਣੇ ਘਰ ਰੋਟੀ ਨਾ ਬਣਾਓ, ਸਾਡੇ ਘਰ ਦੇ ਵਿੱਚ ਰੋਟੀ ਬਣ ਜਾਵੇਗੀ। ਇਸ ਕਰਕੇ ਹੁੰਦਾ ਸੀ। ਪਰ ਉਹਨੂੰ ਵਹਿਮ ਬਣਾ ਲੈਣਾ ਵੀ ਇਹ ਅਪਵਿੱਤਰ ਹੋ ਗਿਆ ਹੈ ਘਰ, ਤਾਂ ਕਰਕੇ ਰੋਟੀ ਨਹੀਂ ਬਣੇਗੀ, ਇਹ ਮੂਰਖਤਾ ਹੈ। ਸਭੋ ਸੂਤਕ ਭਰਮ ਹੈ, ਦੂਜੇ ਲੱਗੈ ਜਾਏ। ਜਿਨ੍ਹਾਂ ਦਾ ਆਸਰਾ ਰੱਬ ਦੇ ਉੱਤੇ ਨਹੀਂ ਹੈ, ਮਰਜ ਕਹਿੰਦੇ ਉਹਨਾਂ ਨੂੰ ਇਹ ਸੂਤਕ ਚੰਬੜਦਾ ਹੀ ਹੈ ਆ ਕੇ।
ਉਹ ਵਹਿਮ ਦੇ ਵਿੱਚ ਰਹਿੰਦੇ ਹੀ ਰਹਿੰਦੇ ਨੇ। ਉਹ ਫਿਰ ਇਹੋ ਹੀ ਗੱਲ ਦੀ ਉਹ ਸੋਚੀ ਜਾਂਦੇ ਨੇ ਵੀ ਇਹਦਾ ਸਿਰ ਕਿੱਧਰ ਨੂੰ ਕਰਨਾ ਤੇ ਪੈਰ ਕਿੱਧਰ ਨੂੰ ਕਰਨੇ, ਜਿੱਧਰਲੇ ਪਾਸੇ ਨੂੰ ਮਰਜ਼ੀ ਕਰ ਲਓ, ਹੁਣ ਕੁਝ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਦੂਜੇ ਲੱਗਿਆ ਜਾਏ, ਜਿਨ੍ਹਾਂ ਦਾ ਧਿਆਨ ਰੱਬ ਨੂੰ ਛੱਡ ਕੇ ਕਿਸੇ ਹੋਰ ਪਾਸੇ ਆ, ਉਹਨਾਂ ਨੂੰ ਸੂਤਕ ਚੰਬੜਨਾ ਹੀ ਚੰਬੜਨਾ ਹੈ, ਭਾਵੇਂ ਜੋ ਮਰਜ਼ੀ ਕਰੀ ਜਾਣ। ਕਿਹੜਾ ਸੂਤਕ ਚੰਬੜਨਾ ਹੈ? ਉਹ ਜਿਹੜਾ ਮਹਾਰਾਜ ਨੇ ਪਿੱਛੇ ਬੋਲ ਕੇ ਆਏ, ਤੇ ਵਹਿਮੀ ਲੋਕਾਂ ਦਾ ਆਪਣਾ ਸੂਤਕ ਹੈ। ਫਿਰ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਭਾਈ ਜਨਮ ਤੇ ਮੌਤ ਇਹ ਰੱਬ ਦਾ ਹੁਕਮ ਹੈ, ਰੱਬ ਦੀ ਰਜ਼ਾ ਹੈ। ਜ਼ਿੰਦਗੀ ਤੇ ਮੌਤ ਕਿਹੜਾ ਘਰ ਹੈ ਇਦਾਂ ਦਾ, ਜੇ ਉਹਨੂੰ ਅਸੀਂ 50 ਸਾਲ ਪਿੱਛੇ ਨੂੰ ਸੋਚ ਕੇ ਵੇਖੀਏ, ਕਿਹੜਾ ਘਰ ਹੈ ਸਾਡਾ ਜਿਹੜੇ ਘਰ ਦੇ ਵਿੱਚ ਮੌਤ ਨਹੀਂ ਹੋਈ ਹੋਵੇਗੀ? ਕਿਹੜਾ ਘਰ ਹੈ ਇਸ ਪਾਸੇ ਤੋਂ? ਹਰ ਘਰ ਦੇ ਵਿੱਚ ਜਨਮ ਹੈ, ਹਰ ਘਰ ਦੇ ਵਿੱਚ ਮੌਤ ਹੈ। ਤੇ ਉਸ ਘਰ ਨੂੰ ਕਹਿ ਦੇਣਾ ਵੀ 10 ਕੁ ਦਿਨਾਂ ਲਈ ਇਹ ਅਪਵਿੱਤਰ ਹੋ ਗਿਆ ਤੇ ਬਾਅਦ ਚ ਪਵਿੱਤਰ ਹੋ ਗਿਆ, ਇਹ ਤਾਂ ਬੜੇ ਕਮਾਲ ਦੀ ਗੱਲ ਹੈ ਵੀ ਆਪੇ ਹੀ ਪਵਿੱਤਰ ਕਰ ਦਿੱਤਾ ਤੇ ਆਪੇ ਹੀ ਅਪਵਿੱਤਰ ਕਰ ਦਿੱਤਾ। ਜੰਮਣ ਮਰਨਾ ਹੁਕਮ ਹੈ ਭਾਈ, ਇਹ ਰੱਬ ਦੀ ਰਜ਼ਾ ਹੈ। ਜੀਵ ਉਹਦੇ ਹੁਕਮ ਦੇ ਵਿੱਚ ਆਉਂਦਾ ਹੈ, ਹੁਕਮ ਦੇ ਵਿੱਚ ਹੀ ਜਾਂਦਾ ਹੈ। ਤੇ ਹੋਰ ਤੁਸੀਂ ਸੋਚ ਕੇ ਵੇਖੋ, ਅਸੀਂ ਇਹਨਾਂ ਚੀਜ਼ਾਂ ਨੂੰ ਨਾ ਸਿਰਫ ਜੀਵਨ ਬੰਦਿਆਂ ਤੱਕ ਸੀਮਿਤ ਕਰਕੇ ਰੱਖ ਦਿੱਤਾ ਹੈ। ਘਰ ਦੇ ਵਿੱਚ ਕਿੰਨੇ ਪਸ਼ੂ ਨੇ। ਹੁਣ ਜਿਨ੍ਹਾਂ ਘਰਾਂ ਦੇ ਵਿੱਚ ਤੁਸੀਂ ਕਿਤੇ ਵੇਖਿਆ ਹੋਊਗਾ, ਜਿਹੜੇ ਆ ਡੇਅਰੀ ਫਾਰਮ ਨੇ ਜਾਂ ਦੂਸਰੇ ਨੇ 100 200 ਪਸ਼ੂ ਰੱਖਿਆ ਹੁੰਦਾ, ਉਹਨਾਂ ਦੇ ਘਰ ਦੇ ਵਿੱਚ ਗਾਵਾਂ ਵੱਛੇ ਦਿੰਦੀਆਂ ਰਹਿੰਦੀਆਂ ਨੇ, ਬੱਚੇ ਦਿੰਦੀਆਂ ਰਹਿੰਦੀਆਂ, ਉਹ ਤਾਂ ਵਿਚਾਰੇ ਰਹਿਣੀ ਸੂਤਕ ਦੇ ਵਿੱਚ ਤੇ ਵਹਿਮ ਤੋਂ ਪਾਰ ਹੀ ਨਾ ਹੋਣ। ਵੀ ਇਕੱਲੇ ਬੰਦਿਆਂ ਲਈ ਕੰਪਲਸਰੀ ਹੈ ਵੀ ਬੰਦਿਆਂ ਦੇ ਉੱਤੇ ਸੂਤਕ ਲੱਗਦਾ ਹੈ ਜਦੋਂ ਬੰਦਿਆਂ ਤੇ ਜਨਮ ਹੁੰਦਾ ਹੈ, ਪਰ ਜਾਨਵਰਾਂ ਦੇ ਵਿੱਚ ਇਹ ਗੱਲ ਹੈ ਹੀ ਨਹੀਂ ਕੋਈ। ਇਹਦੇ ਕਹਿਣ ਦਾ ਮਤਲਬ ਇਹ ਨਹੀਂ ਕੰਪੈਰੀਜ਼ਨ ਕਰਕੇ ਵੇਖੀਏ, ਇਹਦੇ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਭਾਈ ਸਿਰਫ ਵਹਿਮ ਹੈ, ਹੋਰ ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਮੰਨਣ ਨੂੰ ਭਾਵੇਂ ਅਸੀਂ ਜਿੱਦਾਂ ਮਰਜ਼ੀ ਮੰਨੀ ਜਾਈਏ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਫਿਰ ਖਾਣਾ ਪੀਣਾ ਪਵਿੱਤਰ ਹੈ। ਇਹ ਨਹੀਂ ਵੀ ਭਾਈ ਉਸ ਘਰ ਦੇ ਵਿੱਚ ਕੁਝ ਵਾਪਰ ਗਿਆ ਹੈ, ਜਨਮ ਹੋ ਗਿਆ ਹੈ ਤੇ ਘਰ ਦਾ ਖਾਣਾ ਅਪਵਿੱਤਰ ਹੋ ਗਿਆ ਹੈ, ਘਰ ਦੀ ਰੋਟੀ ਅਪਵਿੱਤਰ ਹੋ ਗਈ ਹੈ। ਕਹਿੰਦੇ ਨਹੀਂ, ਖਾਣਾ ਪੀਣਾ ਪਵਿੱਤਰ ਹੈ, ਹਰ ਵੇਲੇ ਹੀ ਪਵਿੱਤਰ ਰਹਿੰਦਾ ਹੈ, ਹਰ ਵੇਲੇ ਹੀ ਪਵਿੱਤਰ ਰਹਿੰਦਾ ਹੈ। ਇਸ ਗੱਲ ਦਾ ਕਦੀ ਵੀ ਵਹਿਮ ਨਹੀਂ ਕਰਨਾ ਵੀ ਭਾਈ ਮੈਂ ਫਲਾਣੇ ਘਰ ਦੇ ਵਿੱਚ ਜਾ ਕੇ ਰੋਟੀ ਨਹੀਂ ਖਾਣੀ। ਪਰ ਇਹਦਾ ਮਤਲਬ ਇਹ ਨਹੀਂ ਵੀ ਸਾਡੇ, ਜਿੱਦਾਂ ਮੈਂ ਦੂਸਰੇ ਪਾਸੇ ਦੀ ਵੀ ਗੱਲ ਕਰਦਾ ਹੁੰਦਾ, ਵੀ ਇਹ ਸੋਚਣ ਵੀ ਪੰਡਤ ਨੂੰ ਖਵਾ ਦਿਓ ਵੀ ਪੰਡਤ ਦੀ ਖਵਾਈ ਅੱਗੇ ਪਹੁੰਚ ਜਾਣੀ, ਉਸ ਵਹਿਮ ਦੇ ਵਿੱਚ ਰੋਟੀ ਨਹੀਂ ਖਾਣੀ, ਉਹ ਸਾਡੀ ਗੱਲ ਹੈ। ਪਰ ਆਪ ਜੀ ਜਿੱਦਾਂ ਆਪਾਂ ਆਮ ਜਾਂਦੇ ਹਾਂ ਕਿਸੇ ਦੇ ਘਰ ਦੇ ਵਿੱਚ, ਤੇ ਸਾਨੂੰ ਸਾਡੇ ਰਿਸ਼ਤੇਦਾਰ ਵਹਿਮ ਪਾ ਦੇਣ, ਲੋਕ ਵਹਿਮ ਪਾ ਦੇਣ ਵੀ ਭਾਈ ਇਸ ਘਰ ਦੇ ਵਿੱਚ ਰੋਟੀ ਨਹੀਂ ਖਾਈ ਦੀ। ਮਹਾਰਾਜ ਕਹਿੰਦੇ ਨਹੀਂ, ਖਾਣਾ ਪੀਣਾ ਪਵਿੱਤਰ ਹੈ, ਪਵਿੱਤਰ ਹੈ ਖਾਣਾ ਪੀਣਾ, ਕਦੀ ਵੀ ਅਪਵਿੱਤਰ ਨਹੀਂ ਹੁੰਦਾ। ਦਿੱਤੋਨ ਰਿਜ਼ਕ ਸੰਭਾਹੇ, ਮਾਲਕ ਨੇ ਜਿਨ੍ਹਾਂ ਨੂੰ ਰਿਜ਼ਕ ਬਖਸ਼ਿਆ ਹੈ ਤੇ ਹਰ ਇੱਕ ਦੇ ਕੋਲ ਅਪੜਾਉਣ ਦਾ, ਹਰ ਇੱਕ ਦੇ ਕੋਲ ਰਿਜ਼ਕ ਭੇਜਣ ਦਾ ਮਾਲਕ ਨੇ ਆਪ ਇੱਕ ਹੀਲਾ ਬਣਾਇਆ ਹੈ, ਕਾਰਨ ਬਣਾਇਆ ਹੋਇਆ ਹੈ। ਇਸ ਕਰਕੇ ਖਾਣੇ ਦੇ ਵਿੱਚ ਕਦੀ ਅਪਵਿੱਤਰਤਾ ਨਹੀਂ ਹੁੰਦੀ, ਖਾਣਾ ਪੀਣਾ ਪਵਿੱਤਰ ਹੈ। ਦਿੱਤੋਨ ਰਿਜ਼ਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁੱਝਿਆ, ਜਿਨ੍ਹਾਂ ਨੇ ਗੁਰੂ ਦੀ ਰਾਹੀਂ ਇਸ ਗੱਲ ਨੂੰ ਸਮਝ ਲਿਆ ਹੈ, ਜਿਨ੍ਹਾਂ ਨੇ ਗੁਰੂ ਦੇ ਕੋਲ ਬੈਠ ਕੇ ਇਸ ਗੱਲ ਨੂੰ ਸਮਝ ਲਿਆ ਹੈ, ਤਿੰਨਾਂ ਸੂਤਕ ਨਾ ਹੈ, ਉਹਨਾਂ ਨੂੰ ਆ ਵਹਿਮ ਵਾਲਾ ਸੂਤਕ ਨਹੀਂ ਚੰਬੜਦਾ ਹੈ। ਦੇਖੋ ਇੱਕ ਗੱਲ ਹੁੰਦੀ ਹੈ ਸਮਝ ਲੈਣੀ, ਵੀ ਮੈਂ ਆਪ ਜੀ ਦੇ ਅੱਗੇ ਮੈਸੇਜ ਕਨਵੇ ਕਰ ਦਿੱਤਾ ਤੇ ਤੁਸੀਂ ਸੁਣ ਲਿਆ ਵੀ ਠੀਕ ਹੈ ਜੀ, ਸੂਤਕ ਕੁਝ ਨਹੀਂ ਹੁੰਦਾ, ਨਾ ਜਨਮ ਵੇਲੇ ਕੁਝ ਹੁੰਦਾ ਹੈ, ਨਾ ਮੌਤ ਵੇਲੇ ਕੁਝ ਹੁੰਦਾ ਹੈ, ਇਹ ਅਸੀਂ ਸੁਣਿਆ ਹੈ ਅਜੇ। ਪਰ ਜੇਕਰ ਕਿਤੇ ਨਾ ਕਿਤੇ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ ਤੇ ਸਮਝ ਲਓ ਵੀ ਅੱਗੇ ਤੋਂ ਬੰਦ ਹੋ ਗਿਆ, ਤੇ ਫਿਰ ਤੁਸੀਂ ਸਮਝ ਵੀ ਲਿਆ, ਫਿਰ ਇਹਨੂੰ ਬੁੱਝ ਵੀ ਲਿਆ ਹੈ, ਸਮਝ ਵੀ ਲਿਆ ਹੈ। ਪਰ ਜੇ ਇਹ ਹੁੰਦਾ ਜਿੱਦਾਂ ਹੈ ਉਦਾਂ ਹੀ ਚੱਲੀ ਜਾਂਦਾ ਸਾਡੇ ਘਰ ਦੇ ਵਿੱਚ, ਤੇ ਫਿਰ ਇਹ ਅਜੇ ਬੁੱਝਿਆ ਨਹੀਂ ਹੈ, ਅਜੇ ਸਿਰਫ ਸੁਣਿਆ ਹੀ ਹੈ। ਗੁਰਮਤ ਦਾ ਮਤਲਬ ਹੀ ਇੰਨਾ ਕੋਈ ਜਿੰਨੀ ਕਰ ਕਰਕੇ ਜ਼ਿੰਦਗੀ 'ਚ ਆ ਗਈ ਹੈ ਉਹ ਗੁਰਮਤ ਹੈ, ਜਿੰਨੀ ਅਜੇ ਨਹੀਂ ਆ ਰਹੀ ਉਨੀ ਅਜੇ ਉਹ ਸਿਰਫ ਸਮਝ ਲਓ ਵੀ ਉਹ ਪੇਪਰ ਦੇ ਉੱਤੇ ਹੀ ਹੈ। ਉਹ ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਉਹਦੇ ਨਾਲ ਸਿਰਫ ਇੱਕ ਖਿਆਲ ਸਾਡੇ ਚੰਗੇ ਹੋ ਸਕਦੇ ਨੇ, ਪਰ ਐਕਸ਼ਨ ਦੇ ਜਿਹੜੇ ਨੇ ਉਹ ਸਾਡੇ ਕਰਮਾਂ ਦੇ ਵਿੱਚ ਇੱਥੋਂ ਹੀ ਪਤਾ ਲੱਗਣੇ ਨੇ। ਨਾਨਕ ਜਿਨੀ ਗੁਰਮੁਖ ਬੁੱਝਿਆ, ਤਿਨਾ ਸੂਤਕ ਨਾ ਹੈ, ਉਹਨਾਂ ਨੂੰ ਕੋਈ ਸੂਤਕ ਨਹੀਂ ਲੱਗਦਾ ਜਿਹੜੇ ਗੁਰੂ ਦੇ ਸ਼ਬਦ ਦਾ ਆਸਰਾ ਲੈਂਦੇ ਨੇ। ਮਹਾਰਾਜ ਜੀ ਦੀ ਬਾਣੀ ਦਾ ਇੱਕ ਬਚਨ ਹੈ, ਸ਼ਗਨ ਅਪਸ਼ਗਨ ਤਿਸ ਕੋ ਲੱਗਹਿ ਜਿਸ ਚੀਤ ਨਾ ਆਵੇ। ਮਹਾਰਾਜ ਜੀ ਨੂੰ ਤੂੰ ਚੇਤੇ ਨਹੀਂ ਨਾ ਆਉਂਦਾ, ਉਹਨਾਂ ਨੂੰ ਸ਼ਗਨ ਵੀ ਲੱਗ ਜਾਂਦੇ, ਉਹਨਾਂ ਨੂੰ ਕੁਸ਼ਗਨ ਵੀ ਲੱਗ ਜਾਂਦੇ ਨੇ, ਵੀ ਕੋਈ ਬੰਦਾ ਤੁਰਿਆ ਜਾਂਦਾ ਪਿੱਛੋਂ ਆਵਾਜ਼ ਮਾਰ ਲਈ, ਕਾਰੋਬਾਰ ਰੁਕ ਜਾਵੇਗਾ। ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਲੱਗਦੇ ਨੇ ਜਿਨ੍ਹਾਂ ਨੂੰ ਰੱਬ ਤੂੰ ਚੇਤੇ ਨਹੀਂ ਆਉਂਦਾ। ਤੇ ਵੇਖ ਲਓ ਲੋਕਾਂ ਦੇ ਵਹਿਮ ਕਿੱਦਾਂ ਦੇ ਨੇ। ਭਾਈ ਗੁਰਦਾਸ ਸਾਹਿਬ ਨੇ ਇਸ ਪਾਸੇ ਤੋਂ ਬੜੀ ਵਧੀਆ ਗੱਲ ਕਹੀ ਹੈ, ਭਾਖ ਸੁਭਾਖ ਵਿਚਾਰ ਨਾ ਸ਼ਿਕ ਮਨਾਇਆ। ਕਿਸੇ ਨੇ ਆਵਾਜ਼ ਮਾਰ ਦਿੱਤੀ, ਕੋਈ ਇਦਾਂ ਦਾ ਬੰਦਾ ਮਿਲ ਗਿਆ, ਜਾਂ ਇਦਾਂ ਕਹਿ ਲਈਏ ਵੀ ਤੁਰੇ ਜਾਂਦੇ ਤਾਂ ਕਿਸੇ ਨੇ ਨਿਸ਼ ਮਾਰ ਦਿੱਤੀ। ਛਿੱਕ ਮਾਰਨੀ ਪੰਜਾਬੀ ਦੇ ਵਿੱਚ ਕਹਿੰਦੇ ਨੇ। ਜਿੱਦਾਂ ਹੁਣ ਕੀ ਲੱਗਾ ਵੀ ਮੈਂ ਕੰਮ ਜਾ ਰਿਹਾ, ਤੁਸੀਂ ਛਿੱਕ ਮਾਰ ਦਿੱਤੀ ਤੇ ਕੰਮ ਹੀ ਨਹੀਂ ਹੋਣਾ।
ਮਤਲਬ ਕੀ ਹੈ ਵੀ ਛਿੱਕ ਦਾ ਵਹਿਮ, ਭਾਖ ਸੁਭਾਖ ਵਿਚਾਰ ਨਾ ਛਿੱਕ ਮਨਾਇਆ, ਕੋਈ ਇਦਾਂ ਦਾ ਖਿਆਲ ਹੀ ਨਹੀਂ ਰੱਖਿਆ। ਪਰ ਕਿੰਨਾ ਨੇ? ਜਿਨ੍ਹਾਂ ਨੂੰ ਗੁਰੂ ਦੇ ਕੋਲ ਸਮਝ ਆ ਗਈ ਵੀ ਜੋ ਮਹਾਰਾਜ ਤੁਸੀਂ ਕਹਿੰਦੇ ਜੇ ਤੁਸੀਂ ਠੀਕ ਕਹਿ ਰਹੇ ਜੇ। ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ, ਪੌੜੀ ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਮਹਾਰਾਜ ਕਹਿੰਦੇ ਗੁਰੂ ਨੂੰ ਵੱਡਾ ਕਹਿ ਕੇ ਤੇ ਉਹਦੀ ਸਾਲਾਹ ਕਰੋ, ਉਹਦੀ ਤਾਰੀਫ ਕਰੋ। ਕਿਉਂ? ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਗੁਰੂ ਦੇ ਵਿੱਚ ਵਡਿਆਈਆਂ ਵੱਡੀਆਂ ਨੇ। ਮਤਲਬ ਜਿਹੜਾ ਗੁਰੂ ਬੜਾ ਬੇਅੰਤ ਹੈ। ਕਿਉਂ? ਸਹਿ ਮੇਲੇ ਤਾਂ ਨਜ਼ਰੀ ਆਈਆਂ, ਪਰ ਇਹ ਵਡਿਆਈਆਂ ਜਾਪਦੀਆਂ ਵੀ ਤਾਂ ਨੇ, ਇਹ ਨਜ਼ਰ ਵੀ ਤਾਂ ਹੀ ਆਉਂਦੀਆਂ ਨੇ ਜੇ ਕਿਤੇ ਰੱਬ ਕਿਰਪਾ ਕਰਕੇ ਗੁਰੂ ਜ਼ਿੰਦਗੀ ਦੇ ਵਿੱਚ ਮਿਲਾ ਦੇਵੇ। ਨਹੀਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਸ ਉਹ ਇਦਾਂ ਲੱਗਦਾ ਵੀ ਉਹ ਬਸ ਲੈਕਚਰ ਦੇਣ ਵਾਲਾ ਹੀ ਹੈ ਤੇ ਲੈਕਚਰ ਦੇ ਕੇ ਤੇ ਉਹਦਾ ਕੰਮ ਖਤਮ ਹੋ ਜਾਂਦਾ ਹੈ। ਵਡਿਆਈਆਂ ਜਿਹੜੀਆਂ ਨੇ ਨਾ, ਹਜ਼ੂਰ ਕਹਿੰਦੇ ਨੇ ਉਹ ਅਸਲ ਦੇ ਵਿੱਚ ਤਾਂ ਹੀ ਪਤਾ ਲੱਗਣਗੀਆਂ ਜੇ ਕਿਤੇ ਮਾਲਕ ਕਿਰਪਾ ਕਰ ਦਵੇ, ਫਿਰ ਗੁਰੂ ਵੱਡਾ ਲੱਗੇਗਾ। ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ, ਜੇ ਕਿਤੇ ਰੱਬ ਨੂੰ ਚੰਗਾ ਲੱਗ ਗਿਆ ਤੇ ਮਾਲਕ ਉਹ ਜਿਹੜੀਆਂ ਵਡਿਆਈਆਂ ਗੁਰੂ ਦੇ ਵਿੱਚ ਨੇ ਨਾ, ਉਹ ਵਡਿਆਈਆਂ ਸਿੱਖ ਦੇ ਮਨ ਦੇ ਵਿੱਚ ਵੀ ਵਸਾ ਦਿੰਦਾ ਹੈ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਜਿੱਦਾਂ ਦਾ ਗੁਰੂ ਹੁੰਦਾ ਹੈ ਸਿੱਖ ਨੂੰ ਵੀ ਉਦਾਂ ਦਾ ਕਰ ਦਿੰਦਾ ਹੈ ਜੇ ਮਾਲਕ ਨੂੰ ਚੰਗਾ ਲੱਗ ਜਾਵੇ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਗੁਰੂ ਕੀ ਕਰਦਾ ਹੈ? ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਮਹਾਰਾਜ ਕਹਿੰਦੇ ਇੰਨਾ ਬੇਅੰਤ ਹੈ, ਬਸ ਉਹ ਜ਼ਿਆਦਾ ਕੁਝ ਨਹੀਂ ਕਰਦਾ। ਇੱਕ ਵਾਰ ਉਹਨੇ ਸਿਰ ਦੇ ਉੱਤੇ ਹੱਥ ਹੀ ਰੱਖਣਾ ਹੈ ਤੇ ਅੰਦਰ ਦੇ ਖਿਆਲ ਬਦਲ ਕੇ ਰੱਖ ਦਿੰਦਾ। ਔਰ ਈਵਨ ਕਿ ਗੁਰਬਾਣੀ ਦੇ ਵਿੱਚ ਤੇ ਇਦਾਂ ਦੇ ਵੀ ਖਿਆਲ ਨੇ ਵੀ ਬਹੁਤੀ ਵਾਰ ਤੇ ਉਹਨੂੰ ਬੋਲਣ ਦੀ ਵੀ ਲੋੜ ਨਹੀਂ ਪੈਂਦੀ। ਇਹ ਨਹੀਂ ਕਿ ਬੋਲਦਾ ਨਹੀਂ ਹੈ, ਕਈਆਂ ਨੂੰ ਬਹੁਤ ਜ਼ਿਆਦਾ ਖਪਣਾ ਪੈਂਦਾ ਹੈ। ਗਿਆਨੀ ਅਮਰੀਕ ਸਿੰਘ ਕਹਿੰਦੇ ਹੁੰਦੇ ਵੀ ਜਿਹੜੇ ਤੇ ਵਿਚਾਰੇ ਕੋਰੇ ਕਾਗਜ਼ ਹੁੰਦੇ ਸੀ ਉਹਨਾਂ ਦੇ ਤੇ ਛੇਤੀ ਲਿਖਿਆ ਜਾਂਦਾ ਸੀ, ਤੇ ਜਿਹੜੇ ਸਿੱਧ ਸੀ ਇਹ ਪੜ੍ਹੇ ਲਿਖੇ ਸੀ, ਮਹਾਰਾਜ ਨੂੰ 3 ਵਾਰ ਬਹਿਸ ਕਰਨੀ ਪਈ ਉਹਨਾਂ ਦੇ ਨਾਲ। ਸਾਡੇ ਵਰਗਿਆਂ ਦੇ ਨਾਲ ਤੇ ਮਹਾਰਾਜ ਨੂੰ ਬੋਲਣਾ ਹੀ ਪੈਣਾ ਹੈ। ਜਿਹੜੇ ਆਮ ਨੇ, ਜਿਨ੍ਹਾਂ ਨੂੰ ਬਹੁਤਾ ਇਦਾਂ ਕਹਿ ਲਈਏ ਵੀ ਬਹੁਤਾ ਗਿਆਨ ਨਹੀਂ ਲੱਦਿਆ, ਜਿਨ੍ਹਾਂ ਨੇ ਆਪਣੇ ਉੱਤੇ ਆਪਣੀ ਅਕਲ ਘੱਟ ਲੱਦੀ ਹੋਈ ਹੈ, ਗੁਰੂ ਸਾਹਿਬ ਕਹਿੰਦੇ ਬਸ ਇੱਕ ਵਾਰ ਸਿਰ ਦੇ ਉੱਤੇ ਹੱਥ ਰੱਖਦਾ। ਇਹਨੂੰ ਆਪਾਂ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਦੇ ਵਿੱਚ ਜਦੋਂ ਪੜ੍ਹਦੇ ਹਾਂ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਬਸ ਇੱਕ ਵਾਰ ਉਹਨੇ ਵੇਖ ਲਿਆ। ਭਾਈ ਨੰਦ ਲਾਲ ਜੀ ਦਾ ਬਚਨ ਅਸੀਂ ਕਈ ਵਾਰ ਸਾਂਝਾ ਕਰਦੇ ਹੁੰਦੇ ਨਾ ਵੀ ਮਾਨ ਮੇ ਆਰੇ ਮਤਾਬੇ ਗਮ ਜਾਏ ਮੇਗਾ ਨੂੰ ਯਕ ਨਿਗਾਹੇ ਜਾਂ ਫਿਜਾਇਸ਼ ਬਸ ਬਵਦਰ ਕਾਰਮਾ। ਵੀ ਮੈਂ ਨਹੀਂ ਚਾਹੁੰਦਾ ਵੀ ਤੂੰ ਮੇਰੇ ਵੱਲ ਵੇਖਦਾ ਹੀ ਰਹਿ, ਬਸ ਇੱਕ ਵਾਰ ਵੇਖ ਲਾ ਤੇ ਬਸ ਫਿਰ ਭਾਵੇਂ ਨਿਗਾਹ ਪਰੇ ਵੀ ਕਰ ਲੈ, ਮੈਨੂੰ ਕੋਈ ਫਰਕ ਨਹੀਂ, ਮੈਂ ਉਸੇ ਇੱਕੋ ਹੀ ਨਿਗਾਹ 'ਚ ਹੀ ਰੱਜ ਜਾਣਾ। ਕਰ ਹੁਕਮ ਮਸਤਕ ਹੱਥ ਧਰ। ਉਹਨੇ ਬਸ ਸਿਰ ਦੇ ਉੱਤੇ ਅਸੀਸ ਦਾ ਹੱਥ ਰੱਖਿਆ। ਕਹਿਣਾ ਕੀ ਹੈ ਉਹਨੇ? ਤੁਸੀਂ ਜਨਮ ਸਾਖੀਆਂ ਪੜ੍ਹੋਗੇ ਨਾ ਤੇ ਇੱਕ ਗੱਲ ਬੜੀ ਕਮਾਲ ਦੀ ਆਉਂਦੀ ਹੈ। ਮਹਾਰਾਜ ਜੀ ਨੂੰ ਲੋਕ ਮੱਥਾ ਟੇਕਦੇ ਨੇ ਤੇ ਮਹਾਰਾਜ ਅੱਗੋਂ ਇੱਕੋ ਗੱਲ ਕਹਿੰਦੇ ਨੇ ਵੀ ਤੈਨੂੰ ਰੱਬ ਚੇਤੇ ਆਵੇ। ਗੱਲ ਕੀ ਹੈ? 4 ਅੱਖਰ ਨੇ ਬਸ। ਅਸੀਂ ਵੀ ਲੋਕਾਂ ਨੂੰ ਕਹਿੰਦੇ ਹਾਂ ਜੀ ਨਾਮ ਜਪਣਾ ਚਾਹੀਦਾ, ਅਸੀਂ ਵੀ ਕਹਿੰਦੇ ਜੀ ਵਾਹਿਗੁਰੂ ਕਹਿਣਾ ਚਾਹੀਦਾ। ਕੌਣ ਮੰਨਦਾ? ਕੌਣ ਕਰਦਾ? ਕੋਈ ਨਹੀਂ ਕਰਦਾ। ਉਹ ਇੱਕੋ ਹੀ ਗੱਲ ਕਹਿੰਦਾ ਬਸ, ਤੈਨੂੰ ਰੱਬ ਚੇਤੇ ਆਵੇ। ਮਜਾਲ ਹੈ ਕਦੀ ਭੁੱਲ ਜਾਵੇ ਬਾਅਦ ਦੇ ਵਿੱਚ। ਇਹ ਫਰਕ ਹੁੰਦਾ ਹੈ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਿਹੜਾ ਬੁਰੇ ਪਾਸੇ ਸੁਭਾਅ ਜਾਂਦਾ ਸੀ ਨਾ, ਮਹਾਰਾਜ ਕਹਿੰਦੇ ਗੁਰੂ ਨੇ ਸਿਰ ਦੇ ਉੱਤੇ ਹੱਥ ਕੀ ਰੱਖਿਆ, ਉਧਰਲੇ ਪਾਸੇ ਜਾਣ ਤੋਂ ਹੀ ਸੁਭਾਅ ਬਦਲ ਗਿਆ ਵੀ ਨਹੀਂ, ਉਧਰ ਜਾਣ ਨੂੰ ਮਨ ਹੀ ਨਹੀਂ ਕਰਦਾ ਹੁਣ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਹਿ ਤੁਠੈ ਨੌ ਨਿਧ ਪਾਈਆ। ਜੇ ਕਿਤੇ ਮਾਲਕ ਪ੍ਰਸੰਨ ਹੋ ਜਾਵੇ, ਗੁਰੂ ਜ਼ਿੰਦਗੀ ਦੇ ਵਿੱਚ ਆ ਜਾਵੇ, 9 ਨਿਧੀਆਂ ਦੇ ਖਜ਼ਾਨੇ, ਮਤਲਬ ਕਿਸੇ ਵੀ ਚੀਜ਼ ਦੀ ਤੋਟ ਹੀ ਨਹੀਂ ਰਹਿੰਦੀ, ਕਿਸੇ ਵੀ ਚੀਜ਼ ਦਾ ਘਾਟਾ ਹੀ ਨਹੀਂ ਰਹਿੰਦਾ। ਮਨ ਇੰਨਾ ਤ੍ਰਿਪਤ ਹੋ ਗਿਆ, ਮਨ ਇੰਨਾ ਜ਼ਿਆਦਾ ਰੱਜ ਗਿਆ। ਦਾਤਾਰ ਕਹਿੰਦੇ ਨੇ ਵੀ ਹਰ ਪਾਸੇ ਤੋਂ ਪੂਰਨ ਤੌਰ ਦੇ ਉੱਤੇ ਤ੍ਰਿਪਤੀ ਹੋ ਗਈ ਹੈ। ਹਜ਼ੂਰ ਕਹਿੰਦੇ ਨੇ ਕਿ ਵੇਖੋ, ਜਿਹਨੂੰ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਕ ਭੂਖ ਕਹੋ ਕੈਸੀ। ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਂਛੈ ਸੋ ਲੈਸੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਜਿਹਨੂੰ ਅਸੀਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਗੱਲ ਇਹ ਹੁੰਦੀ ਹੈ ਕਿ ਵੇਖੋ, ਇੱਕ ਹੁੰਦੀ ਹੈ ਰੋਟੀ ਦੀ ਭੁੱਖ, ਇੱਕ ਖਾਣ ਤੋਂ ਬਾਅਦ ਵੀ ਜਿਹੜੀ ਭੁੱਖ ਨਹੀਂ ਨਾ ਮਰਦੀ, ਮਹਾਰਾਜ ਕਹਿੰਦੇ ਉਸ ਭੁੱਖ ਨੂੰ ਗੁਰੂ ਕੰਟਰੋਲ ਕਰ ਦਿੰਦਾ। ਇਸ ਕਰਕੇ ਅਸੀਂ ਇਸ ਚੀਜ਼ ਨੂੰ ਇਸ ਪੌੜੀ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਸਾਡਿਆਂ ਮਨਾਂ ਨੂੰ ਸਾਡੇ ਸਮਾਜ ਨੇ ਵਹਿਮ ਦੇ ਦਿੱਤੇ ਨੇ ਵੀ ਜਨਮ ਦੇ ਨਾਲ ਕੋਈ ਘਰ ਅਪਵਿੱਤਰ, ਕੋਈ ਮੌਤ ਦੇ ਨਾਲ ਅਪਵਿੱਤਰ ਹੋ ਗਿਆ। ਮੌਤ ਦਾ ਵਿਸ਼ਾ ਅਸੀਂ ਨਾਲ ਲਿਆ ਹੈ, ਮਹਾਰਾਜ ਨੇ ਜਨਮ ਦੀ ਗੱਲ ਕੀਤੀ ਹੈ। ਗੁਰਬਾਣੀ ਕਿਤੇ ਕਿਤੇ ਸੂਤਕ ਮੌਤ ਦੇ ਨਾਲ ਵੀ ਸੰਬੰਧਿਤ ਕਰਦੀ ਹੈ। ਇਦਾਂ ਦਾ ਕੋਈ ਵਹਿਮ ਨਹੀਂ। ਖਾਣਾ ਪੀਣਾ ਹਰ ਵੇਲੇ ਹੀ ਪਵਿੱਤਰ ਹੈ, ਕਿਤੇ ਅਪਵਿੱਤਰਤਾ ਨਹੀਂ ਹੈ। ਇਹਨਾਂ ਵਹਿਮਾਂ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਬਾਹਰ ਕੱਢਣਾ ਹੈ। ਦੂਸਰੇ ਨੰਬਰ ਦੇ ਉੱਤੇ ਜਿਹੜੇ ਮਨ ਨੂੰ ਸੂਤਕ ਚੰਬੜੇ ਹੋਏ ਨੇ ਬੁਰਾਈਆਂ ਦੇ, ਅੱਖਾਂ ਨੂੰ ਆਪਣੇ ਨੇ, ਕੰਨਾਂ ਨੂੰ ਆਪਣੇ ਨੇ,
ਜਿਨ੍ਹਾਂ ਦਾ ਜ਼ਿਕਰ ਇਹਨਾਂ ਸ਼ਲੋਕਾਂ ਦੇ ਵਿੱਚ ਸਤਿਗੁਰੂ ਨੇ ਕੀਤਾ ਹੈ, ਉਹ ਤਾਂ ਦੂਰ ਹੋਣ ਜੇ ਗੁਰੂ ਨੂੰ ਵੱਡਾ ਕਰਕੇ ਮੰਨੀਏ ਤੇ ਉਹਦੇ ਅੱਗੇ ਅਰਦਾਸ ਕਰੀਏ ਵੀ ਮਹਾਰਾਜ ਤੂੰ ਜਿਹੜਾ ਹੈ ਇਸ ਰਸਤੇ ਤੇ ਤੋਰ, ਤੇ ਫਿਰ ਅਸੀਂ ਆਪਣੇ ਅੰਦਰੋਂ ਇਹ ਚੀਜ਼ਾਂ ਲਿਆ ਸਕੀਏ ਤੇ ਔਗਣ ਖਤਮ ਕਰ ਸਕੀਏ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।